ਬਦਾਵਹੇ। ਪਾਵਨ ਸ਼ਬਦ ਧੰਨ ਗੁਰੂ ਨਾਨਕ ਦੇਵ ਜੀ ਦਾ ਅੱਜ ਕੱਲ੍ਹ ਅਸਥਾਨ ਹੈ ਨਾਨਕ ਮਤਾ। ਇਸ ਅਸਥਾਨ ਤੇ ਉਚਾਰਨ ਕੀਤਾ ਗਿਆ। ਗੁਰੂ ਨਾਨਕ ਦੇਵ ਜੀ ਜਗਤ ਦਾ ਭਲਾ ਕਰਦੇ ਹੋਏ ਜਦੋਂ ਇਸ ਜਗ੍ਹਾ ਤੇ ਪਹੁੰਚੇ ਤੇ ਇਸ ਦਾ ਨਾਮ ਪਹਿਲਾ ਸੀ ਗੋਰਖ ਮਤਾ। ਇੱਥੇ ਗੋਰਖ ਦੀ ਮੱਤ ਚੱਲਦੀ ਸੀ। ਜਦੋਂ ਗੁਰੂ ਨਾਨਕ ਦੇਵ ਜੀ ਇੱਥੇ ਪਹੁੰਚੇ ਤੇ ਸੱਚੇ ਸਤਿਗੁਰੂ ਨੇ ਸਮਝਾਉਣ ਦਾ ਯਤਨ ਕੀਤਾ, ਪਰ ਇਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਨੂੰ ਸਮਝਣ ਦੀ ਬਜਾਏ ਇੱਕ ਜਿੱਦ ਠਾਣ ਲਈ। ਉਹ ਜਿੱਦ ਇਸ ਪ੍ਰਕਾਰ ਠਾਣੀ ਕਿ ਜੇ ਧਰਤੀ ਆਖ ਦੇਵੇ ਵੀ ਮੈਂ ਗੋਰਖ ਦੀ ਹਾਂ ਤੇ ਫਿਰ ਇਹ ਗੋਰਖ ਦੀ ਧਰਤੀ ਹੈ, ਜੇ ਆਖਦੇ ਵੀ ਮੈਂ ਗੁਰੂ ਨਾਨਕ ਦੇਵ ਜੀ ਦੀ ਹਾਂ ਤੇ ਫਿਰ ਇਹ ਗੁਰੂ ਨਾਨਕ ਦੇਵ ਜੀ ਦੀ ਧਰਤੀ ਹੈ। ਇਸ ਝੂਠ ਨੂੰ ਸੱਚ ਦਾ ਰੂਪ ਦੇਣ ਦੇ ਲਈ ਇੱਕ ਟੋਹਾ ਪਟਿਆ ਗਿਆ। ਉਸ ਟੋਹੇ ਦੇ ਵਿੱਚ ਇੱਕ ਬੱਚੇ ਨੂੰ ਬਿਠਾਇਆ ਗਿਆ। ਉੱਪਰੋਂ ਟੋਹੇ ਨੂੰ ਛੱਤਿਆ ਗਿਆ। ਛੱਤ ਕੇ ਉਹਦੇ ਤੇ ਮਿੱਟੀ ਪਾ ਕੇ ਇਸ ਤਰ੍ਹਾਂ ਬਣਾਇਆ ਗਿਆ ਵੀ ਇੱਥੇ ਟੋਹਾ ਹੈ ਹੀ ਨਹੀਂ, ਧਰਤੀ ਹੈ ਸਾਰੀ। ਤੇ ਆਵਾਜ਼ ਮਾਰੀ ਨਾਥਾਂ ਨੇ, ਭਾਈ ਧਰਤੀ ਬੋਲ, ਤੂੰ ਕਿਸ ਦੀ ਧਰਤੀ ਹੈ? ਤੇ ਉਹ ਬੱਚੇ ਨੂੰ ਜਿਵੇਂ ਸਿਖਾਇਆ ਸੀ ਉਹ ਬੱਚੇ ਨੇ ਉਸੇ ਤਰ੍ਹਾਂ ਕਹਿਤਾ, ਗੋਰਖ ਦੀ ਧਰਤੀ ਹਾਂ ਮੈਂ। ਗੁਰੂ ਨਾਨਕ ਦੇਵ ਜੀ ਅੰਤਰਜਾਮੀ, ਇਹਨਾਂ ਨੂੰ ਕੌਣ ਛਲ ਸਕਦਾ ਸੀ? ਗੁਰੂ ਨਾਨਕ ਦੇਵ ਜੀ ਨੇ ਆਖਿਆ, ਚੰਗਾ ਫਿਰ ਹੁਣ ਦੁਬਾਰੇ ਬੁਲਾਓ। ਜਦੋਂ ਦੁਬਾਰੇ ਬੁਲਾਏ ਤੇ ਇਹ ਬੱਚਾ ਬੋਲਣ ਜੋਗਾ ਹੀ ਨਹੀਂ ਰਿਹਾ। ਦੁਬਾਰਾ ਆਵਾਜ਼ ਨਹੀਂ ਆਈ। ਫਿਰ ਧੰਨ ਗੁਰੂ ਨਾਨਕ ਦੇਵ ਜੀ ਸੱਚੇ ਸਤਿਗੁਰੂ ਨੇ ਦੱਸਿਆ ਵੀ ਇਸ ਟੋਏ ਦੇ ਵਿੱਚ ਜੋ ਬੱਚਾ ਹੈ ਉਸ ਨੂੰ ਬਾਹਰ ਕੱਢੋ। ਬਾਹਰ ਕੱਢਿਆ ਗਿਆ। ਫਿਰ ਗੁਰੂ ਨਾਨਕ ਦੇਵ ਜੀ ਨੇ ਆਖਿਆ, ਹੇ ਧਰਤੀ ਤੂੰ ਕਿਸ ਦੀ ਧਰਤੀ ਹੈ? ਧਰਤੀ ਹੈ ਜਿਹੜੀ, ਇਸ ਨੇ ਅੱਗੋਂ ਆਵਾਜ਼ ਦਿੱਤੀ, ਮੈਂ ਨਾਨਕ ਦੇਵ ਜੀ ਦੀ ਧਰਤੀ ਹਾਂ, ਨਾਨਕ ਨਿਰੰਕਾਰੀ ਦੀ ਧਰਤੀ ਹਾਂ। ਉਦੋਂ ਤੋਂ ਇਸ ਸਥਾਨ ਦਾ ਨਾਮ ਹੈ ਨਾਨਕ ਮਤਾ। ਇੱਥੇ ਗੁਰੂ ਨਾਨਕ ਦੇਵ ਜੀ ਨੇ ਰੀਠੇ ਨੂੰ ਮਿੱਠਿਆ ਕੀਤਾ ਸੀ। ਇੱਕ ਪਾਸਾ ਇਸ ਦਾ ਕੜੱਤਣ ਵਾਲਾ ਹੈ ਤੇ ਦੂਸਰਾ ਜਿਹੜਾ ਉਹ ਮਿਠਾਸ ਵਾਲਾ ਹੈ। ਕਾਫੀ ਲੰਮਾ ਚੌੜਾ ਇਤਿਹਾਸ ਹੈ। ਸਮੇਂ ਨੂੰ ਵਿਚਾਰਦਿਆਂ ਹੋਇਆਂ ਆਪ ਸੰਗਤਾਂ ਨੇ ਇਤਨੇ ਦੇ ਨਾਲ ਹੀ ਸਮਝ ਲੈਣਾ ਵੀ ਗੁਰੂ ਨਾਨਕ ਦੇਵ ਜੀ ਨੇ ਸੰਸਾਰ ਦੇ ਵਿੱਚੋਂ ਪਖੰਡ ਦਾ ਨਾਸ਼ ਕੀਤਾ ਹੈ। ਉਸ ਤੋਂ ਉਪਰੰਤ ਗੁਰੂ ਨਾਨਕ ਦੇਵ ਜੀ ਨੇ ਸਿੱਧਾਂ ਨੂੰ ਸਮਝਾਉਣ ਦੇ ਲਈ ਇਹ ਪਾਵਨ ਸ਼ਬਦ ਦੀ ਰਚਨਾ ਕੀਤੀ, ਜਗ ਪਰ ਬੁੱਧ ਹੈ ਮੜੀ ਵਧਾਵ ਹੈ। ਇਹ ਕੀ ਕਰਿਆ ਕਰਦੇ ਸਨ? ਜਦੋਂ ਕੋਈ ਨਾਥ ਮਰ ਜਾਂਦਾ ਸੀ, ਜਿਹੜਾ ਇਹਨਾਂ ਦਾ ਆਗੂ ਹੁੰਦਾ ਸੀ, ਤੇ ਲੋਕਾਂ ਨੂੰ ਇਸ ਗੱਲ ਦੇ ਲਈ ਪ੍ਰਬੋਧਦੇ ਸਨ। ਪ੍ਰਬੋਧੇ ਦਾ ਅਰਥ ਹੁੰਦਾ ਪ੍ਰੇਰਨਾ। ਕਿਸੇ ਨੂੰ ਕਹਿਣਾ ਵੀ ਤੂੰ ਇਸ ਤਰ੍ਹਾਂ ਕਰ, ਇਹਨੂੰ ਪ੍ਰਬੋਧੇ ਆਖਦੇ ਨੇ। ਪਰ ਮੈਨੇ ਦੂਜਾ ਤੇ ਬੋਧੇ ਦਾ ਅਰਥ ਹੁੰਦਾ ਬੁੱਧੀ ਤੋਂ ਸ਼ਬਦ ਬਣਿਆ। ਦੂਜੇ ਦੀ ਬੁੱਧੀ ਹੈ ਜਿਹੜੀ, ਉਹਨੂੰ ਆਪਣੀਆਂ ਵਿਚਾਰਾਂ ਦੇ ਨਾਲ ਜੋੜ ਲੈਣਾ, ਇਹਨੂੰ ਆਖਦੇ ਨੇ ਪ੍ਰਬੁੱਧ ਹੈ। ਜਗ ਪ੍ਰਬੁੱਧ ਹੈ ਮੜੀ ਵਧਾਵ ਹੈ। ਗੁਰੂ ਨਾਨਕ ਦੇਵ ਜੀ ਨੇ ਸਮਝਾਣਾ ਕਰਿਆ ਵੀ ਤੁਸੀਂ ਜਦੋਂ ਕੋਈ ਮਰ ਜਾਂਦਾ ਤੁਹਾਡਾ, ਤੇ ਫਿਰ ਜਗਤ ਨੂੰ ਤੁਸੀਂ ਇਸ ਤਰ੍ਹਾਂ ਪ੍ਰਬੋਧ ਦਿਓ, ਜਾਨੀ ਇਸ ਤਰ੍ਹਾਂ ਉਹਨਾਂ ਨੂੰ ਕਹਿਣ ਦੇ ਲਈ ਕਰਦੇ ਹੋ ਵੀ ਸਾਡੀ ਮੜੀ ਬਣਾ ਦਿਓ, ਤੇ ਮੜੀ ਬਣਾ ਕੇ ਫਿਰ ਉਸ ਦੀ ਪੂਜਾ ਕਰਿਓ। ਧੰਨ ਗੁਰੂ ਨਾਨਕ ਦੇਵ ਜੀ ਨੇ ਇੱਥੇ ਇਹ ਦੱਸਿਆ ਵੀ ਜਦੋਂ ਸਰੀਰ ਪੰਜ ਭੂਤਕ ਚਲਾ ਜਾਂਦਾ ਤੇ ਫਿਰ ਤਾਂ ਇਹਦੇ ਵਿੱਚ ਕੁਝ ਰਹਿੰਦਾ ਹੀ ਨਹੀਂ। ਇਹਦੀ ਪੂਜਾ ਜਿਹੜੀ ਹੈ ਉਹ ਵਿਅਰਥ ਦੀ ਪੂਜਾ ਹੈ। ਇਸ ਦੀ ਪੂਜਾ ਨਹੀਂ ਕਰਨੀ ਚਾਹੀਦੀ। ਤੇ ਤੁਸੀਂ ਉਲਟ ਕਰ ਰਹੇ ਹੋ। ਜਦੋਂ ਮਰ ਜਾਂਦੇ ਹੋ ਮੜੀਆਂ ਬਣਵਾ ਲੈਂਦੇ ਹੋ, ਮੱਠ ਬਣਵਾ ਲੈਂਦੇ ਹੋ, ਤੇ ਫਿਰ ਜਗਤ ਨੂੰ ਪ੍ਰਬੋਧ ਦਿਓ, ਭਾਈ ਤੁਸੀਂ ਇਹਨਾਂ ਦੀ ਪੂਜਾ ਕਰਨਾ ਕਰੋ ਜੀ। ਆਸਨ ਤਿਆਗ ਕਾਹੇ ਸਚ ਪਾਵਹਿ। ਜਦੋਂ ਮਨੁੱਖ ਜਿੰਦੇ ਜੀ ਪ੍ਰਭੂ ਪਰਮਾਤਮਾ ਦੀ ਬੰਦਗੀ ਸਿਮਰਨ ਕਰਦਾ ਹੈ ਤੇ ਉਹਦੇ ਵਿੱਚ ਹੀ ਉਸ ਨੂੰ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ, ਤੇ ਜਿੰਦੇ ਜੀ ਹੀ ਉਹ ਮੁਕਤ ਹੋ ਜਾਂਦਾ ਹੈ। ਜੇ ਕੋਈ ਆਖੇ ਮੈਂ ਮਰ ਕੇ ਮੁਕਤ ਹੋਵਾਂਗਾ ਤੇ ਫਿਰ ਤਾਂ ਅੱਗੇ ਲੇਖ ਹੀ ਪੁੱਛਿਆ ਜਾਂਦਾ ਹੈ, ਉੱਥੇ ਮੁਕਤੀ ਨਹੀਂ ਹੁੰਦੀ। ਮੈਂ ਥੋੜਾ ਜਿਹਾ ਯਤਨ ਕਰ ਰਿਹਾ ਕਿ ਆਪ ਜੀ ਨੂੰ ਧੰਨ ਗੁਰੂ ਨਾਨਕ ਦੇਵ ਜੀ ਦਾ ਜੋ ਇਸ ਪਾਵਨ ਸ਼ਬਦ ਦੇ ਨਾਲ ਉਪਦੇਸ਼ ਬਖਸ਼ਿਆ ਉਸ ਗੱਲ ਦੀ ਸਮਝ ਆ ਜਾਵੇ।
ਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ। ਆਸਨ ਤਿਆਗ ਕਾਹੇ ਸੱਚ ਪਾਵੈ। ਆਸਨ ਤਿਆਗ ਤੋਂ ਭਾਵ ਹੈ ਸਰੀਰ ਜਦੋਂ ਛੱਡ ਦਿੱਤਾ, ਜਿੱਥੇ ਸਾਧੂ ਸੰਤ ਬੈਠ ਕੇ ਬੰਦਗੀ ਕਰਦੇ ਨੇ ਨਾ, ਉਹਨੂੰ ਆਸਨ ਆਖਦੇ ਨੇ। ਇਹ ਸੰਤਾਂ ਦਾ ਆਸਨ ਹੈ, ਇਹ ਸਾਧੂਆਂ ਦਾ ਆਸਨ ਹੈ, ਆਪਾਂ ਵੀ ਕਹਿ ਦਿੰਦੇ ਆ। ਜਿੱਥੇ ਸਾਧੂ ਸੰਤ ਬੈਠ ਕੇ ਬੰਦਗੀ ਕਰਦੇ ਨੇ ਉਹਨੂੰ ਆਸਨ ਆਖਦੇ ਨੇ। ਤੇ ਜਦੋਂ ਕੋਈ ਸਾਧੂ ਸੰਤ ਮਰ ਜਾਂਦਾ ਸੀ ਇਹਨਾਂ ਦਾ, ਫਿਰ ਕਹਿ ਦਿੰਦੇ ਸਨ ਇਹਨੇ ਆਸਨ ਤਿਆਗ ਦਿੱਤਾ, ਭਾਵ ਇਹ ਆਸਨ ਛੱਡ ਕੇ ਤੇ ਹੁਣ ਇਹ ਅਗਲੇ ਆਸਨ ਤੇ ਗਿਆ ਚਲਾ। ਆਸਨ ਤਿਆਗ ਕਾਹੇ ਸੱਚ ਪਾਵੇ। ਤੇ ਗੁਰੂ ਨਾਨਕ ਦੇਵ ਜੀ ਇਹ ਦੱਸਦੇ ਨੇ ਵੀ ਜੇ ਸਰੀਰ ਹੀ ਮਰ ਜਾਵੇ ਤੇ ਉਦੋਂ ਬਾਅਦ ਤਾਂ ਫਿਰ ਸੱਚੇ ਦੀ ਪ੍ਰਾਪਤੀ ਨਹੀਂ ਹੁੰਦੀ। ਸੱਚੇ ਦੀ ਪ੍ਰਾਪਤੀ ਹੈ ਜਿਹੜੀ ਉਹ ਜਿਉਂਦੇ ਜੀ ਹੀ ਹੁੰਦੀ ਹੈ। ਮੈਂ ਇੱਕ ਵਾਰੀ ਫਿਰ ਥੋੜਾ ਜਿਹਾ ਯਤਨ ਕਰਾਂਗਾ। ਜਗ ਪ੍ਰਬੋਧੇ ਮੜੀ ਵਧਾਵੇ, ਆਸਨ ਤਿਆਗ ਕਾਹੇ ਸੱਚ ਪਾਵੇ। ਇਹਨਾਂ ਨੇ ਇੱਕ ਨਾ ਮਤ ਚਲਾ ਰੱਖਿਆ ਸੀ। ਉਹ ਮਤ ਇਹ ਚਲਾਇਆ ਸੀ, ਜਦੋਂ ਇਹਨਾਂ ਦਾ ਕੋਈ ਆਗੂ ਮਰ ਜਾਂਦਾ ਨਾ, ਵੱਡਾ ਮਰ ਜਾਂਦਾ, ਜਿਹੜਾ ਉਸ ਜਗ੍ਹਾ ਦਾ ਉੱਥੇ ਗੁਰੂ ਬਣਿਆ ਹੁੰਦਾ, ਜਦੋਂ ਉਹ ਮਰ ਜਾਂਦਾ ਤੇ ਉਹਦਾ ਫਿਰ ਇੱਕ ਮੱਠ ਤਿਆਰ ਕਰਵਾ ਲੈਂਦੇ। ਮੱਠ ਤਿਆਰ ਕਰਵਾ ਕੇ ਫਿਰ ਉਸ ਦੀ ਪੂਜਾ ਸੀ, ਜਿਹੜੀ ਲੋਕਾਂ ਨੂੰ ਕਹਿੰਦੇ ਵੀ ਇਹਦੀ ਪੂਜਾ ਕਰੋ, ਇਹ ਮੱਠ ਦੇ ਵਿੱਚ ਬੈਠਾ ਹੈ। ਸਾਡੇ ਸਮਾਜ ਦੇ ਵਿੱਚ ਹੁਣ ਵੀ ਇਹ ਗੱਲਾਂ ਨੇ ਜਿਹੜੀਆਂ ਇਹ ਪ੍ਰਚਲਿਤ ਨੇ, ਇੱਧਰ ਵੀ ਪ੍ਰਚਲਿਤ ਨੇ ਇਸ ਤਰ੍ਹਾਂ ਦੀਆਂ ਗੱਲਾਂ। ਜਿਹੜੇ ਮੜੀਆਂ ਮਸਾਣੀਆਂ ਪੂਜਦੇ ਨੇ ਨਾ, ਉਹਨਾਂ ਨੂੰ ਗੁਰੂ ਮਹਾਰਾਜ ਜੀ ਨੇ ਵਰਜਿਆ ਵੀ ਇਸ ਤਰ੍ਹਾਂ ਕੁਝ ਨਹੀਂ ਕਰਨਾ। ਕਿਉਂ ਨਹੀਂ ਕਰਨਾ? ਕਿਉਂਕਿ ਸਰੀਰ ਜਿਹੜਾ ਇਹ ਜਦੋਂ ਇਹਦੇ ਚੋਂ ਪ੍ਰਾਣ ਚਲੇ ਗਏ ਤੇ ਫਿਰ ਇਹਦੇ ਵਿੱਚ ਕੁਝ ਰਹਿੰਦਾ ਹੀ ਨਹੀਂ। ਜਿਹੜੇ ਪੰਜ ਤੱਤ ਹੁੰਦੇ ਨੇ ਉਹ ਵੀ ਆਪੋ ਆਪਣੇ ਵਿੱਚ ਵਿਲਏ ਹੋ ਜਾਂਦੇ ਨੇ। ਤਾਂ ਇੱਕ ਰਾਖ ਦੀ ਮੁੱਠ ਹੈ, ਹੱਡੀਆਂ ਦੀ ਮੁੱਠ ਹੈ, ਤੇ ਫਿਰ ਇਹਦੇ ਵਿੱਚ ਕੋਈ ਸੱਚ ਝੂਠ ਹੈ ਜਿਹੜਾ ਉਹ ਨਹੀਂ ਹੁੰਦਾ। ਤੇ ਫਿਰ ਕਿਉਂ ਇਸ ਸਰੀਰ ਨੂੰ ਇੱਕ ਮੱਠ ਦੇ ਵਿੱਚ ਚਿਣ ਕੇ ਤੇ ਇਸ ਦੀ ਪੂਜਾ ਕੀਤੀ ਜਾਵੇ। ਜਗ ਪ੍ਰਬੋਧੇ ਮੜੀ ਵਧਾਵੇ। ਇਹ ਨਾਥ ਕੀ ਕਰਦੇ ਸਨ, ਜਦੋਂ ਕੋਈ ਇਹਨਾਂ ਦਾ ਮਰ ਜਾਂਦਾ ਉਹਦਾ ਮੱਠ ਤਿਆਰ ਕਰ ਲੈਂਦੇ। ਤੇ ਮੱਠ ਸੀ ਜਿਹੜਾ, ਮੜੀ ਤੋਂ ਭਾਵ ਮੱਠ ਹੈ, ਉਹਦੀ ਮੜੀ ਤਿਆਰ ਕਰ ਲੈਂਦੇ। ਜਿੱਥੇ ਉਹਨੂੰ ਦਫਨ ਕੀਤਾ ਹੁੰਦਾ ਉਹ ਤਿਆਰ ਕਰ ਲੈਂਦੇ, ਇੱਟਾਂ ਆਦਿਕ ਲਾ ਕੇ। ਤੇ ਜਗ ਪ੍ਰਬੋਧੇ ਲੋਕਾਂ ਨੂੰ ਮਜਬੂਰ ਕਰਦੇ ਵੀ ਤੁਸੀਂ ਇਹਦੀ ਪੂਜਾ ਕਰੋ। ਆਸਨ ਤਿਆਗ ਕਾਹੇ ਸੱਚ ਪਾਵੇ। ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਦੱਸਦੇ ਨੇ, ਜਦੋਂ ਕਿਸੇ ਨੇ ਸਰੀਰ ਹੀ ਛੱਡ ਦਿੱਤਾ, ਆਸਨ ਹੀ ਤਿਆਗ ਗਿਆ, ਆਸਨ ਹੀ ਛੱਡ ਦਿੱਤਾ, ਤੇ ਫਿਰ ਸੱਚ ਦੀ ਪ੍ਰਾਪਤੀ ਦੱਸੋ ਉਹ ਕਦੋਂ ਕਰੇਗਾ ਜੀ? ਮਮਤਾ ਮੋਹ ਕਾਮਣ ਹਿਤਕਾਰੀ। ਇਸ ਤਰ੍ਹਾਂ ਦੇ ਕੰਮ ਨੇ ਨਾ ਜਿਹੜੇ ਉਹ ਕਰਦਾ ਜਿਸ ਦੇ ਅੰਦਰ ਸੰਸਾਰ ਦੀ ਮਮਤਾ ਹੋਵੇ, ਸੰਸਾਰ ਦਾ ਮੋਹ ਹੋਵੇ ਤੇ ਸੰਸਾਰ ਦੀਆਂ ਕਾਮਨਾ ਹੋਣ। ਹਿਤਕਾਰੀ ਦਾ ਅਰਥ ਹੁੰਦਾ ਪਿਆਰ ਕਰਨ ਵਾਲਾ। ਹਿਤਕਾਰੀ ਪਿਆਰ ਕਰਨ ਵਾਲਾ। ਕਾਮਣ ਜਿਹੜੀਆਂ ਸੰਸਾਰ ਦੇ ਅੰਦਰ ਕਾਮਨਾ ਨੇ ਉਹਨਾਂ ਨੂੰ ਪਿਆਰ ਕਰਨ ਵਾਲਾ। ਮੋਹ ਸੰਸਾਰੀ ਲੋਕਾਂ ਦਾ ਮੋਹ ਕਰਨ ਵਾਲਾ। ਤੇ ਸੰਸਾਰੀ ਲੋਕਾਂ ਦੀ ਜਿਹਦੇ ਅੰਦਰ ਮਮਤਾ ਹੋਵੇ ਨਾ, ਉਹਦਾ ਜੀ ਨਹੀਂ ਕਰਦਾ ਫਿਰ ਮੈਂ ਸੰਸਾਰ ਨੂੰ ਛੱਡ ਕੇ ਜਾਵਾਂ। ਮੇਰੇ ਖਿਆਲ ਹੁਣ ਗੱਲ ਥੋੜੀ ਜੀ ਸਮਝ ਆ ਗਈ ਹੋਣੀ ਹੈ। ਉਹ ਫਿਰ ਸੰਸਾਰ ਦੇ ਨਾਲ ਜੁੜਿਆ ਰਹਿੰਦਾ ਵੀ ਤੁਸੀਂ ਸੰਸਾਰ ਵਾਲਿਓ ਹੁਣ ਮੇਰੇ ਇਸ ਮੁਰਦੇ ਸਰੀਰ ਨੂੰ ਪੂਜੀ ਜਾਇਓ। ਕਿਉਂਕਿ ਸੰਸਾਰ ਦੀ ਮਮਤਾ ਹੈ, ਸੰਸਾਰ ਦਾ ਮੋਹ ਹੈ ਤੇ ਸੰਸਾਰ ਦੀਆਂ ਕਾਮਨਾ ਨੇ। ਕਾਮਨਾ ਜਿਹੜੀ ਹੈ ਸਾਧੂ ਸੰਤਾਂ ਦੇ ਅੰਦਰ ਸਭ ਤੋਂ ਵੱਡੀ ਇਹ ਹੁੰਦੀ ਵੀ ਦੁਨੀਆ ਮੈਨੂੰ ਪੂਜੇ। ਜਿਹੜੇ ਸਾਧੂ ਸੰਤ ਕਈ ਹੁੰਦੇ ਨੇ ਨਾਮੀ, ਕੇਵਲ ਸੱਚੇ ਨਹੀਂ ਝੂਠੇ, ਉਹਨਾਂ ਦੇ ਅੰਦਰ ਇੱਕ ਕਾਮਨਾ ਹੁੰਦੀ ਵੀ ਲੋਕੀ ਸਾਨੂੰ ਪੂਜਣ, ਸਾਡੀ ਮੰਨਤਾ ਕਰਨ। ਤੇ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਇਸ ਤਰ੍ਹਾਂ ਦੇ ਕੰਮ, ਜਿਹੜੀ ਆਪਣੀ ਮੜੀ ਬਣਾ ਕੇ ਲੋਕਾਂ ਨੂੰ ਕਹਿਣਾ ਵੀ ਸਾਡੀ ਪੂਜਾ ਕਰੋ, ਇਹ ਤਾਂ ਉਹਨਾਂ ਲੋਕਾਂ ਦਾ ਕੰਮ ਹੈ। ਮਮਤਾ ਮੋਹ ਕਾਮਨ, ਜਿਹੜੇ ਮਮਤਾ ਦੇ ਵਸ ਨੇ, ਸੰਸਾਰ ਦੇ ਮੋਹ ਦੇ ਵਸ ਨੇ, ਤੇ ਜਿਨ੍ਹਾਂ ਦੇ ਅੰਦਰ ਸੰਸਾਰ ਦੀਆਂ ਕਾਮਨਾ ਹਨ ਜੀ। ਨਾ ਸੰਸਾਰੀ। ਇਹ ਹੁਣ ਨਾ ਸਾਧੂ ਹੈ ਤੇ ਨਾ ਸੰਸਾਰੀ ਹੈ। ਸੰਸਾਰੀ ਕਿਉਂ ਨਹੀਂ? ਇਹਨੇ ਵਿਆਹ ਕਰਾਇਆ ਨਹੀਂ ਹੈਗਾ ਤੇ ਸੰਸਾਰ ਦੀਆਂ ਜਿਹੜੀਆਂ ਕਾਮਨਾ ਨੇ ਉਹ ਇਹਦੇ ਵਿੱਚ ਨੇ। ਘਰ ਬਾਰੀ ਨਹੀਂ ਹੈਗਾ, ਇਸ ਕਰਕੇ ਸੰਸਾਰੀ ਨਹੀਂ ਹੈਗਾ। ਨਾ ਦੁੱਤੀ ਤੇ ਸਾਧੂ ਵੀ ਨਹੀਂ ਹੈਗਾ। ਸਾਧੂ ਕਿਉਂ ਨਹੀਂ? ਸਾਧੂ ਦੇ ਅੰਦਰ ਤਾਂ ਕੋਈ ਕਾਮਨਾ ਹੀ ਨਹੀਂ ਹੁੰਦੀ, ਨਾ ਉਧਰ ਜੋਗਾ ਤੇ ਨਾ ਉਧਰ ਜੋਗਾ। ਇਸ ਤਰ੍ਹਾਂ ਸਮਝ ਲਓ ਇਹਨੂੰ। ਇੱਥੇ ਪੌੜੀ ਸੰਪੰਨ ਹੋਈ। ਇੱਕ ਵਾਰੀ ਮੈਂ ਫਿਰ ਥੋੜਾ ਜਿਹਾ ਦੱਸ ਦਿਆਂ। ਜਗ ਪ੍ਰਬੋਧੇ ਮੜੀ ਵਧਾਵੇ। ਜਗ ਨੂੰ ਇਸ ਤਰ੍ਹਾਂ ਪ੍ਰੇਰਦੇ ਨੇ ਵੀ ਸਾਡੀਆਂ ਮੜੀਆਂ ਬਣਾਓ, ਤੇ ਮੜੀਆਂ ਬਣਾ ਕੇ ਸਾਡੇ ਸਰੀਰ ਮਰੇ ਹੋਏ ਨੂੰ ਤੁਸੀਂ ਪੂਜਨਾ ਕਰੋ। ਆਸਨ ਤਿਆਗ ਕਾਹੇ ਸੱਚ ਪਾਵੇ। ਗੁਰੂ ਮਹਾਰਾਜ ਜੀ ਨੇ ਦੱਸਿਆ ਨਾਥਾਂ ਨੂੰ ਵੀ ਤੁਸੀਂ ਇਸ ਤਰ੍ਹਾਂ ਜਦੋਂ ਸਰੀਰ ਹੀ ਛੱਡ ਦਿੱਤਾ,
ਸਰੀਰ ਛੱਡੇ ਤੋਂ ਬਾਅਦ ਫਿਰ ਤੁਹਾਡੇ ਸਰੀਰ ਦੀ ਪੂਜਾ ਕੀਤਿਆਂ ਦੱਸੋ ਕਿੱਥੋਂ ਸੱਚ ਦੀ ਪ੍ਰਾਪਤੀ ਹੋ ਜਾਏਗੀ। ਇਹ ਕੰਮ ਤਾਂ ਫਿਰ ਉਹ ਲੋਕ ਕਰਦੇ ਨੇ ਮਮਤਾ ਮੋਹ ਕਾਮਣ ਹਿਤਕਾਰੀ। ਹਿਤਕਾਰੀ ਦਾ ਅਰਥ ਹੁੰਦਾ ਪਿਆਰ ਕਰਨ ਵਾਲਾ। ਜਿਹੜਾ ਸੰਸਾਰ ਦੀਆਂ ਕਾਮਨਾ ਨੂੰ ਪਿਆਰ ਕਰਦਾ ਹੋਵੇ ਵੀ ਮੇਰੀ ਇਹ ਵੀ ਕਾਮਨਾ ਪੂਰੀ ਹੋ ਜਾਵੇ, ਇਹ ਵੀ ਕਾਮਨਾ ਪੂਰੀ ਹੋ ਜਾਵੇ, ਜਿੰਦੇ ਅੰਦਰ ਸੰਸਾਰ ਦੇ ਪਦਾਰਥਾਂ ਦਾ ਮੋਹ ਹੋਵੇ ਤੇ ਜਿਹੜਾ ਇਸ ਤਰ੍ਹਾਂ ਸੰਸਾਰ ਦੇ ਨਾਲ ਮਮਤਾ ਕਰਕੇ ਬੱਝਿਆ ਹੋਵੇ ਨਾ, ਉਹ ਪ੍ਰਾਣੀ ਫਿਰ ਇਸ ਦੁਨੀਆ ਤੋਂ ਜਾਣਾ ਨਹੀਂ ਚਾਹੁੰਦਾ, ਮਰਨਾ ਨਹੀਂ ਚਾਹੁੰਦਾ। ਉਹਨੂੰ ਇਸ ਸੰਸਾਰ ਦੀ ਮਮਤਾ ਮੋਹ ਤੇ ਜਿਹੜੀਆਂ ਕਾਮਨਾ ਨੇ ਛੱਡਣੀਆਂ ਬੜੀਆਂ ਔਖੀਆਂ ਲੱਗਦੀਆਂ ਨੇ, ਇਸ ਕਰਕੇ ਨਹੀਂ ਮਰਨਾ ਚਾਹੁੰਦਾ। ਨਾ ਅਧੂਤੀ ਹੋ, ਨਾ ਤਾਂ ਇਹ ਸਾਧੂ ਹੋਇਆ ਹੈ ਤੇ ਨਾ ਸੰਸਾਰੀ ਤੇ ਨਾ ਹੀ ਇਹ ਗ੍ਰਸਤੀ ਹੋਇਆ ਹੈ ਜੀ। ਜੋਗੀ ਬੈਸ ਹੋ ਦੁਬਦਾ ਦੁਖ ਭਾਗੈ। ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਹੇ ਜੋਗੀ ਜੇ ਪ੍ਰਭੂ ਪਰਮਾਤਮਾ ਦੀ ਬੰਦਗੀ ਸਿਮਰਨ ਦੇ ਵਿੱਚ ਅਸੀਂ ਬੈਠੇ ਰਹੀਏ ਨਾ, ਬਿਨਾਂ ਕਾਮਨਾ ਤੋਂ, ਬਿਨਾਂ ਮਮਤਾ ਤੋਂ, ਬਿਨਾਂ ਮੋਹ ਤੋਂ, ਉਸ ਪਰਮਾਤਮਾ ਦੇ ਨਾਮ ਦੇ ਵਿੱਚ ਜੇ ਆਪਾਂ ਬੈਠੇ ਹੋਈਏ, ਦੁਬਦਾ ਦੁੱਖ ਭਾਗੇ, ਤੇ ਇਹ ਜਿਹੜਾ ਦੋ ਚਿੱਤੀ ਵਾਲਾ ਦੁੱਖ ਹੈ ਨਾ, ਇਹ ਚਲਾ ਜਾਂਦਾ ਹੈ। ਇਹ ਦੋ ਚਿੱਤੀ ਕੀ ਹੈ? ਦੋ ਚਿੱਤੀ ਇਹ ਹੈ ਕਿ ਸੰਸਾਰ ਹੈ ਜਿਹੜਾ, ਉਹਦੀ ਵੀ ਕਾਮਨਾ ਹੈ ਤੇ ਦੂਜੇ ਪਾਸੇ ਸਾਧੂ ਬਣਨ ਦੀ ਵੀ ਕਾਮਨਾ। ਇਹ ਦੋ ਕਾਮਨਾ ਜਿਹੜੀਆਂ ਨੇ, ਦੋ ਪਾਸੇ ਮਨ ਲੱਗਿਆ ਹੋਇਆ, ਨਾ ਚੰਗੀ ਤਰ੍ਹਾਂ ਸੰਸਾਰ ਵਾਲੇ ਪਾਸੇ ਹੈ ਤੇ ਨਾ ਹੀ ਚੰਗੀ ਤਰ੍ਹਾਂ ਨਿਰੰਕਾਰ ਵਾਲੇ ਪਾਸੇ। ਜਦੋਂ ਕੋਈ ਚੀਜ਼ ਦੋ ਪਾਸੇ ਹੋਵੇ ਤੇ ਉਹਨੂੰ ਦੁਬਦਾ ਆਖਦੇ ਨੇ। ਦੋ ਵਿਧੀਆਂ, ਦੁਬਦਾ ਸ਼ਬਦ ਬਣਿਆ ਦੋ ਵਿਧੀਆਂ, ਦੋ ਤਰੀਕਿਆਂ ਦੇ ਨਾਲ ਜੀਵਨ ਨੂੰ ਜਿਉਣਾ। ਇੱਕ ਤਰੀਕੇ ਨਾਲ ਨਾ ਜਿਉਣਾ, ਜਾਂ ਤੇ ਸੰਸਾਰ ਛੱਡ ਹੀ ਦਿੱਤਾ, ਸਾਰਾ ਕੁਝ ਛੱਡ ਦਿੱਤਾ, ਦਫਾ ਹੋਇਆ, ਇੱਕ ਚਿੱਤ ਹੋ ਗਿਆ, ਜਾਂ ਫਿਰ ਸੰਸਾਰੀ ਹੋ ਕੇ ਘਰ-ਬਾਰੀ ਹੋ ਕੇ ਜਿਉਇਆ, ਫਿਰ ਇੱਕ ਚਿੱਤ ਹੋ ਗਿਆ। ਤੇ ਜੇ ਅੱਧਾ ਕੁ ਉਧਰ ਤੇ ਅੱਧਾ ਕੁ ਉਧਰ, ਅੱਧ ਵਿਚਾਲੇ ਰੁੜਦਾ ਫਿਰੇ ਤੇ ਇਹਨੂੰ ਆਖਦੇ ਨੇ ਦੁਬਦਾ। ਜੋਗੀ ਬੈਸ ਰਹੋ ਦੁਬਦਾ ਦੁੱਖ ਭਾਗੇ। ਜੇ ਅਸੀਂ ਇੱਕ ਪਾਸੇ ਲੱਗਾਂਗੇ ਤੇ ਫਿਰ ਭਾਈ ਇਹ ਜਿਹੜੀ ਦੋ ਚਿੱਤੀ ਇਹ ਖਤਮ ਹੋਏਗੀ ਤੇ ਇਹ ਦੁੱਖ ਹੈ ਨਾ ਜਿਹੜਾ, ਫਿਰ ਦੂਰ ਹੋਵੇਗਾ ਜੀ। ਹਰ ਕਰ ਮੰਗਤ ਲਾਜ ਨ ਲਾਗੈ। ਤੇ ਫਿਰ ਘਰ ਘਰ ਜੇ ਮੰਗਦਾ ਵੀ ਫਿਰੇਗਾ ਨਾ, ਫਿਰ ਉਸ ਬੰਦੇ ਨੂੰ ਸ਼ਰਮ ਨਹੀਂ ਆਏਗੀ, ਕਿਉਂਕਿ ਲੋਕੀ ਆਖਣਗੇ ਇਹ ਕਿਹੜਾ ਘਰ ਬਾਰੀ ਏ, ਇਹ ਸਾਧੂ ਸੰਤ ਏ। ਜਾਂ ਇਹਨੂੰ ਇਸ ਤਰ੍ਹਾਂ ਕਹੋ ਘਰ ਘਰ ਮੰਗਤ ਲਾਜ ਨਾ ਲਾਗੇ, ਫਿਰ ਉਹਨੂੰ ਘਰ ਘਰ ਮੰਗਣ ਦਾ ਨਾ ਜਿਹੜਾ ਇਹ ਦੁੱਖ ਹੈ ਜਿਹੜਾ, ਇਹ ਨਹੀਂ ਲੱਗੇਗਾ। ਜੋਗੀ ਬੈਸ ਰਹੋ ਦੁਬਦਾ ਦੁੱਖ ਭਾਗੇ। ਜੇ ਅਸੀਂ ਪ੍ਰਭੂ ਪਰਮਾਤਮਾ ਦੀ ਬੰਦਗੀ ਦੇ ਵਿੱਚ ਬੈਠੇ ਰਵਾਂਗੇ, ਇੱਕ ਪਾਸੇ ਲੱਗ ਜਾਵਾਂਗੇ ਤੇ ਸਾਡੇ ਅੰਦਰੋਂ ਦੁਬਦਾ ਵਾਲਾ ਜਿਹੜਾ ਦੁੱਖ ਹੈ ਇਹ ਨਾਸ ਹੋ ਜਾਏਗਾ। ਘਰ ਘਰ ਮੰਗਤ ਲਾਜ ਨਾ ਲਾਗੇ। ਤੇ ਜੇ ਦੋ ਪਾਸੇ ਲੱਗ ਕੇ ਨਾਲੇ ਘਰ ਘਰ ਮੰਗਦਾ ਫਿਰਿਆ ਤੇ ਨਾਲੇ ਇਧਰ ਆਪਣੇ ਆਪ ਨੂੰ ਸਾਧੂ ਸੰਤ ਖਵਾਇਆ ਤੇ ਲਾਜ ਨਾ ਲਾਗੇ, ਤੈਨੂੰ ਕੀ ਸ਼ਰਮ ਨਹੀਂ ਆਉਂਦੀ? ਇਹ ਵੀ ਇਹਦਾ ਅਰਥ ਕਰਦੇ ਨੇ, ਲਾਜ ਨਾ ਲਾਗੇ। ਆਪਾਂ ਕਹਿੰਦੇ ਨੇ ਭਾਈ ਤੈਨੂੰ ਸ਼ਰਮ ਨਹੀਂ ਆਉਂਦੀ, ਆ ਕੀ ਕਰਦਾ ਫਿਰਦਾ? ਲਾਜ ਨਾ ਲਾਗੇ। ਗੁਰੂ ਮਹਾਰਾਜ ਜੀ ਕਹਿੰਦੇ ਨੇ, ਨਾਥੋ ਤੁਹਾਨੂੰ ਸ਼ਰਮ ਨਹੀਂ ਆਉਂਦੀ? ਘਰ ਘਰ ਮੰਗਤ, ਤੁਸੀਂ ਘਰ ਘਰ ਮੰਗਦੇ ਫਿਰਦੇ ਹੋ। ਜੋਗੀ ਬੈਸ ਰਹੋ ਦੁਬਦਾ ਦੁੱਖ ਭਾਗੇ। ਤੇ ਇੱਕ ਪ੍ਰਭੂ ਪਰਮਾਤਮਾ ਦੀ ਬੰਦਗੀ ਸਿਮਰਨ ਵਿੱਚ ਬੈਠੇ ਰਹੀਏ, ਫਿਰ ਮਨ ਜਿਹੜਾ ਇਹ ਦੋ ਪਾਸੇ ਨਹੀਂ ਜਾਂਦਾ ਹੈ ਜੀ। ਰਖਾਓ ਗਾਵਹਿ ਗੀਤ ਨਾ ਚੀਨਹਿ ਆਪ। ਉਸ ਪਰਮਾਤਮਾ ਦੇ ਗੀਤ ਤਾਂ ਗਾਉਂਦੇ ਹੋ, ਪਰ ਆਪਣੇ ਆਪ ਦੀ ਖੋਜ ਨਹੀਂ ਕਰਦੇ। ਗੁਰਬਾਣੀ ਸਾਨੂੰ ਆਪਣੇ ਆਪ ਦੀ ਖੋਜ ਕਰਨ ਦਾ ਉਪਦੇਸ਼ ਦਿੰਦੀ ਹੈ। ਸਾਨੂੰ ਆਪਣੇ ਆਪ ਦੀ ਖੋਜ ਕਰਨੀ ਚਾਹੀਦੀ, ਆਪਣੇ ਅੰਦਰੋਂ ਉਸ ਪ੍ਰਭੂ ਪਰਮਾਤਮਾ ਨੂੰ ਲੱਭਣਾ ਚਾਹੀਦਾ ਹੈ। ਗਾਵੇ ਗੀਤ, ਗੀਤ ਨੇ ਜਿਹੜੇ ਉਹ ਰੱਬ ਦੇ ਗਾਉਂਦੇ ਆ। ਚੀਨਸ ਆਪ ਨਾ, ਤੇ ਆਪਣੇ ਆਪ ਨੂੰ ਅਸੀਂ ਖੋਜਦੇ ਨਹੀਂ। ਚੀਨਹ ਦਾ ਅਰਥ ਹੁੰਦਾ ਖੋਜਣਾ, ਲੱਭਣਾ। ਆਪਣੇ ਆਪ ਦੀ ਅੰਦਰੋਂ ਅਸੀਂ ਪੜਤਾਲ ਨਹੀਂ ਕਰਦੇ ਹਾਂ ਜੀ। ਜੋ ਲਾਗੇ ਨਿਵਰੈ ਬਰਤਾਪ। ਤੇ ਫਿਰ ਇਹ ਜਿਹੜੀ ਸਾਡੇ ਅੰਦਰ ਅੱਗ ਲੱਗੀ ਹੈ ਨਾ, ਇਹ ਕਿਵੇਂ ਦੂਰ ਹੋਵੇਗੀ? ਨਿਵਰੇ ਦਾ ਅਰਥ ਹੈ ਦੂਰ ਹੋਣਾ, ਲਾਗੀ ਦਾ ਅਰਥ ਹੈ ਲੱਗਣੀ। ਕਿਉਂ? ਇਹ ਜਿਹੜੀ ਸਾਡੇ ਅੰਦਰ ਅੱਗ ਲੱਗੀ ਹੈ ਕਿਵੇਂ ਦੂਰ ਹੋਗੀ? ਕਿਹੜੀ ਅੱਗ ਹੈ? ਪ੍ਰਤਾਪ, ਵੀ ਮੇਰਾ ਦੁਨੀਆ 'ਚ ਬੜਾ ਪ੍ਰਤਾਪ ਹੋਵੇ। ਲੋਕੀ ਮੈਨੂੰ ਆਖਣ ਬੜਾ ਵਧੀਆ ਗਿਆਨੀ ਜੀ, ਬੜਾ ਚੰਗਾ, ਇਹ ਤਾਂ ਪੂਰਾ ਰੱਬ ਦਾ ਰੂਪ ਹੀ ਹੈ। ਇਹ ਪ੍ਰਤਾਪ ਦੀ ਜਿਹੜੀ ਭੁੱਖ ਹੈ ਨਾ, ਜਿਹੜੀ ਅੱਗ ਲੱਗੀ ਹੈ, ਇਹ ਐਵੇਂ ਨਹੀਂ ਦੂਰ ਹੋਏਗੀ। ਮੈਂ ਇੱਕ ਵਾਰੀ ਫਿਰ ਥੋੜੀ ਜਿਹੀ ਮਿਹਨਤ ਕਰਾਂ। ਗਾਵੇ ਗੀਤ ਨਾ ਚੀਨਹਿ ਆਪ। ਗੀਤ ਤਾਂ ਅਸੀਂ ਰੱਬ ਦੇ ਗਾਉਂਦੇ ਹਾਂ, ਬਈ ਅਸੀਂ ਰੱਬ ਦੇ ਬੰਦੇ ਹਾਂ। ਰੱਬ ਇਸ ਤਰ੍ਹਾਂ ਆਖਦਾ, ਵਾਹਿਗੁਰੂ ਇਸ ਤਰ੍ਹਾਂ ਆਖਦਾ, ਸਾਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਹੈ, ਪਰ ਆਪ ਉਹਨਾਂ ਤੇ ਅਮਲ ਨਹੀਂ ਕਰਦੇ। ਆਪ ਉਹਨਾਂ ਦੇ ਅਨੁਸਾਰ ਆਪਣੇ ਜੀਵਨ ਨੂੰ ਨਹੀਂ ਖੋਜਦੇ।
ਕਿਉਂ ਲਾਗੀ ਨਿਵਰੇ ਪ੍ਰਤਾਪ। ਲੋਕਾਂ ਦੇ ਵਿੱਚ ਆਪਣਾ ਪ੍ਰਤਾਪ ਬਣਾਉਣ ਦੀ, ਬਈ ਤੇਜ ਤਪ ਬਣਾਉਣ ਦੀ ਕਿਉਂ ਲਾਗੀ ਨਿਵਰੇ, ਤੇ ਜਿਹੜੀ ਅੱਗ ਲੱਗੀ ਹੈ ਉਹ ਭਾਈ ਇਸ ਤਰ੍ਹਾਂ ਗੱਲਾਂ ਬਾਤਾਂ ਦੇ ਨਾਲ ਦੂਰ ਨਹੀਂ ਹੋਣ ਵਾਲੀ ਹੈ ਜੀ। ਗੁਰ ਕੈ ਸ਼ਬਦ ਰਚੈ ਮਨ ਪਾਏ। ਜੇ ਅਸੀਂ ਗੁਰੂ ਦੇ ਸ਼ਬਦ ਦੇ ਨਾਲ ਜੁੜੀਏ, ਸਾਡਾ ਮਨ ਜਿਹੜਾ ਗੁਰੂ ਦੇ ਸ਼ਬਦ ਦੇ ਨਾਲ ਰਚ ਮਿਚ ਜਾਵੇ, ਤੇ ਗੁਰੂ ਦਾ ਸ਼ਬਦ ਸਾਡੇ ਮਨ ਨੂੰ ਚੰਗਾ ਲੱਗੇ। ਗੁਰੂ ਮਹਾਰਾਜ ਜੀ ਦਾ ਉਪਦੇਸ਼ ਮਨ ਭਾਏ। ਮਨ ਭਾਏ ਦਾ ਅਰਥ ਹੁੰਦਾ ਮਨ ਨੂੰ ਚੰਗਾ ਲੱਗਣਾ। ਰਚੇ ਮਨ ਦਾ ਅਰਥ ਹੁੰਦਾ ਮਨ ਦੇ ਵਿੱਚ ਰਚ ਮਿਚ ਜਾਣਾ, ਇੱਕ ਮਿਕ ਹੋ ਜਾਣਾ। ਗੁਰ ਕੇ ਸ਼ਬਦ ਰਚੇ ਮਨ ਭਾਏ। ਜੇ ਗੁਰੂ ਦੇ ਉਪਦੇਸ਼ ਦੇ ਨਾਲ ਸਾਡਾ ਮਨ ਜਿਹੜਾ ਇੱਕ ਮਿਕ ਹੋ ਜਾਵੇ ਤੇ ਮਨ ਨੂੰ ਗੁਰੂ ਦਾ ਉਪਦੇਸ਼ ਚੰਗਾ ਲੱਗੇ ਜੀ। ਲਿਖਿਆ ਸਹਿਜ ਵਿਚਾਰੀ ਖਾਏ। ਤੇ ਫਿਰ ਖਾਣਾ ਕੀ ਏ? ਸਹਿਜ ਦੇ ਵਿਚਾਰ ਵਾਲੀ ਜਿਹੜੀ ਭਿੱਖਿਆ ਨਾ, ਇਹ ਖਾਣੀ ਏ। ਭਿੱਖਿਆ ਸਹਿਜ ਵਿਚਾਰੀ। ਸਹਿਜ ਦਾ ਅਰਥ ਹੈ ਗਿਆਨ। ਇੱਥੇ ਸਹਿਜ ਵਿਚਾਰੀ ਖਾਏ, ਗਿਆਨ ਦੀ ਵਿਚਾਰ ਵਾਲੀ ਹੈ ਨਾ ਜਿਹੜੀ, ਇਹ ਭਿੱਖਿਆ ਖਾਣੀ ਕਰੇ। ਹੁਣ ਗਿਆਨ ਦੇ ਵਿਚਾਰ ਵਾਲੀ ਕਿਹੜੀ ਭਿੱਖਿਆ ਹੈ? ਐਵੇਂ ਨਹੀਂ ਜਿੱਥੋਂ ਮਿਲ ਗਿਆ ਤੇ ਚੁੱਪ ਕਰਕੇ ਖਾ ਲਿਆ, ਨਹੀਂ, ਪਹਿਲੂ ਵੇਖੇ ਵੀ ਇਹ ਭਜਨ ਬੰਦਗੀ ਕਰਦੇ ਨੇ, ਇਹ ਜੋ ਮੈਨੂੰ ਖਵਾ ਰਹੇ ਨੇ, ਇਹ ਕਿਤੇ ਇਹਨਾਂ ਦਾ ਕੋਈ ਚੋਰੀ ਠੱਗੀ ਦਾ ਤੇ ਨਹੀਂ ਸੀ। ਭਗਤ ਰਵਿਦਾਸ ਜੀ ਦਾ ਆਪ ਜਦੋਂ ਜੀਵਨ ਪੜ੍ਹੋਗੇ ਨਾ, ਇਹਨਾਂ ਨੇ ਪਿਛਲੇ ਜਨਮ ਦੇ ਵਿੱਚ ਡਾਲੀ ਦਾ ਕੰਮ ਕੀਤਾ ਸੀ, ਡਾਲੀ ਦੀ ਸੇਵਾ ਕੀਤੀ ਸੀ, ਤੇ ਇਹਨਾਂ ਦੇ ਗੁਰੂ ਨੇ ਵਰਜਿਆ ਸੀ ਵੀ ਆਪਣੇ ਪਿੰਡ ਦੇ ਵਿੱਚ ਫਲਾਣਾ ਘਰ ਹੈ, ਉਹਨਾਂ ਦੇ ਘਰੋਂ ਤੂੰ ਪ੍ਰਸ਼ਾਦਾ ਪਾਣੀ ਨਹੀਂ ਲੈ ਕੇ ਆਉਣਾ। ਕਹਿੰਦੇ ਨੇ ਇੱਕ ਦਿਨ ਬੜਾ ਮੀਂਹ ਪਈ ਜਾਂਦਾ ਸੀ ਤੇ ਇਹਨਾਂ ਦੇ ਮਨ ਦੇ ਵਿੱਚ ਇਹ ਖਿਆਲ ਆ ਗਿਆ ਵੀ ਅੱਜ ਹੁਣ ਹੋਰ ਤਾਂ ਕਿਤੋਂ ਮਿਲਦਾ ਨਹੀਂ, ਤੇ ਇਹਨਾਂ ਕੋਲ ਬੜਾ ਧਨ ਦੌਲਤ ਹੈ, ਤੇ ਚੱਲ ਮੈਂ ਇਹਨਾਂ ਇੱਕੇ ਘਰੋਂ ਹੀ ਸਾਰੇ ਘਰਾਂ ਦਾ ਮੰਗਵਾ ਲੈਂਦਾ, ਕਿਉਂਕਿ ਗਰੀਬ ਹੈ, ਕੋਈ ਇੱਕ ਦਾ ਹੈਗਾ, ਕੋਈ ਦੋ ਫੁੱਲੇ ਦਾ ਹੈਗਾ। ਇਹਨੇ ਲਾਲਚ ਕੀਤਾ ਵੀ ਚੱਲ ਇਸ ਇੱਕ ਘਰ ਦੇ ਵਿੱਚੋਂ ਵਾਹਵਾ ਹਾਰੇ ਪ੍ਰਸ਼ਾਦੇ ਲੰਗਰ ਪਾਣੀ ਲੈ ਆਉਣਾ। ਜਦੋਂ ਇੱਕੇ ਘਰੋਂ ਦੇ ਵਿੱਚੋਂ ਲੈ ਕੇ ਆਇਆ ਤੇ ਇਹਦਾ ਗੁਰੂ ਸੀ ਜਿਹੜਾ, ਉਹ ਜਦੋਂ ਸਮਾਧੀ ਦੇ ਵਿੱਚ ਲੀਨ ਹੋਇਆ, ਉਹ ਜਿਹੜਾ ਪਾਪ ਦਾ ਅੰਨ ਖਾਦਾ ਸੀ ਉਹ ਅੱਗੇ ਆ ਜਾ ਕਰੇ, ਸਮਾਧੀ ਨਾ ਲੱਗਿਆ ਕਰੇ। ਇਹਨੇ ਫਿਰ ਉੱਠ ਕੇ ਪੁੱਛਿਆ, ਭਗਤ ਜੀ ਤੁਸੀਂ ਦੱਸੋ ਡਾਲੀ ਪ੍ਰਸ਼ਾਦਾ ਕਿਹਨਾਂ ਦੇ ਘਰੋਂ ਲੈ ਕੇ ਆਏ ਹੋ? ਉਹਨੇ ਆਖਿਆ ਜੀ ਗਲਤੀ ਹੋ ਗਈ, ਅੱਜ ਮੀਂਹ ਝੱਖੜ ਬੜਾ ਸੀ, ਇਸ ਕਰਕੇ ਮੈਂ ਇੱਕੇ ਘਰੋਂ ਲੈ ਆਇਆ। ਤੇ ਉਹਨੇ ਫਿਰ ਸਰਾਪ ਦੇ ਦਿੱਤਾ ਸੀ ਬਈ ਤੂੰ ਹੁਣ ਚਮਿਆਰਾਂ ਦੇ ਘਰੇ ਜਨਮ ਲਏਗਾ। ਇਹਨੇ ਆਖਿਆ ਚੰਗਾ ਗੁਰੂ ਜੀ, ਮੈਂ ਤੇਰੀ ਸੇਵਾ ਕੀਤੀ ਹੈ, ਜੇ ਤੇਰਾ ਵਚਨ ਪੂਰਾ ਹੋਵੇਗਾ ਨਾ, ਮੈਂ ਚਮਿਆਰਾਂ ਦੇ ਘਰੇ ਜਨਮ ਲਵਾਂਗਾ ਤੇ ਮੇਰਾ ਗੁਰੂ ਤੂੰ ਹੀ ਬਣੇਗਾ। ਕਹਿੰਦੇ ਨੇ ਇਹਨਾਂ ਨੇ 72 ਘੰਟੇ ਦੁੱਧ ਨਹੀਂ ਸੀ ਪੀਤਾ, ਤੇ ਇਹਨਾਂ ਦੇ ਗੁਰੂ ਨੂੰ ਮਜਬੂਰ ਹੋ ਕੇ ਚਮਿਆਰਾਂ ਦੇ ਘਰੇ ਜਾ ਕੇ ਇਹਨੂੰ ਦਖਣਾ ਦੇਣੀ ਪਈ ਸੀ। ਕਹਿਣਾ ਪਿਆ ਸੀ ਚੱਲ ਮੈਂ ਤੇਰਾ ਗੁਰੂ ਬਣਾਂਗਾ ਤੇ ਤੂੰ ਹੁਣ ਦੁੱਧ ਪੀ ਲਾ। ਫਿਰ ਇਹਨੇ ਦੁੱਧ ਪੀਤਾ ਸੀ। ਸੋ ਭਿੱਖਿਆ ਸਹਿਜ ਵਿਚਾਰੀ ਖਾਏ। ਅਸੀਂ ਜਦੋਂ ਕਿਸੇ ਦੇ ਘਰ ਦਾ ਖਾਂਦੇ ਆ ਨਾ, ਸਾਨੂੰ ਉੱਥੇ ਬੜੀ ਡੂੰਘਾਈ ਦੇ ਨਾਲ ਵਿਚਾਰ ਕਰ ਲੈਣੀ ਚਾਹੀਦੀ ਹੈ ਜੀ। ਭਸਮ ਚੜਾਏ ਕਰਹਿ ਪਾਖੰਡ। ਤੇ ਐਵੇਂ ਸਰੀਰ ਤੇ ਸੁਆਹ ਮਲ ਕੇ ਪਖੰਡ ਨਹੀਂ ਕਰਨਾ ਚਾਹੀਦਾ ਹੈ ਜੀ। ਮਾਇਆ ਮੋਹਿ ਸਹਿਜਮ ਦੰਡ। ਜੇ ਅਸੀਂ ਮਾਇਆ ਦੇ ਮੋਹ ਦੇ ਵਿੱਚ ਲੱਗੇ ਹੋਏ ਐਵੇਂ ਸਰੀਰ ਤੇ ਭਸਮ ਚੜਾ ਲੈਣੇ ਆ ਤੇ ਸਹਿਜ ਜਮ ਡੰਡ, ਫਿਰ ਅੱਗੇ ਜਾ ਕੇ ਜਮਾਂ ਦੇ ਡੰਡੇ ਹੀ ਖਾਣੇ ਪੈਣੇ ਆ ਸਾਨੂੰ। ਭਸਮ ਚੜਾਏ ਕਰੇ ਪਖੰਡ। ਜੇ ਸਰੀਰ ਤੇ ਭਸਮ ਲਗਾ ਕੇ ਅਸੀਂ ਪਖੰਡ ਕਰਦੇ ਆ। ਪਖੰਡ ਕਦੋਂ ਬਣਦਾ ਹੈ? ਜਦੋਂ ਮਨੁੱਖ ਦਾ ਉੱਤੋਂ ਪਹਿਰਾਵਾ ਕੁਝ ਹੋਰ ਹੋਵੇ ਤੇ ਅੰਦਰੋਂ ਕੁਝ ਹੋਰ ਹੋਵੇ, ਫਿਰ ਉਹ ਸਰੀਰ ਦੇ ਉੱਤੇ ਜਿਹੜਾ ਪਹਿਰਾਵਾ ਹੈ ਨਾ, ਉਹ ਪਖੰਡ ਹੈ। ਬਾਣਾ ਪਾਇਆ ਇਹ ਸਾਧੂ ਸੰਤਾਂ ਵਾਲਾ, ਬਾਣਾ ਪਾਇਆ ਗੁਰਸਿੱਖਾਂ ਵਾਲਾ, ਤੇ ਅੰਦਰ ਇਹ ਜਿਹੜਾ ਉਹ ਚੋਰ ਹੈ, ਇਹ ਹੁਣ ਪਖੰਡ ਹੈ। ਭਸਮ ਚੜਾਏ ਕਰੇ ਪਖੰਡ। ਬਾਹਰ ਜਿਹੜੀ ਸੁਆਹ ਲਾਈ ਹੋਈ ਏ, ਇਹ ਵਿਖਾਉਣ ਦੇ ਲਈ ਵੀ ਅਸੀਂ ਜੋਗੀ ਨਾਥ ਹਾਂ, ਤੇ ਮਾਇਆ ਮੋਹਿ ਸਹਿ ਜਮ ਡੰਡ। ਅੰਦਰੋਂ ਜਿਹੜਾ ਹੈ ਉਹ ਮਾਇਆ ਦੇ ਨਾਲ ਮਨ ਮੋਹਿਆ ਹੋਇਆ ਹੈ। ਇਹ ਪਖੰਡ ਕਰਕੇ ਫਿਰ ਜਮ ਨੇ ਨਾ ਜਿਹੜੇ ਉਹ ਸਜ਼ਾ ਦੇ ਰਹੇ ਹਨ ਜੀ। ਖਾਪਰ ਭੀਖ ਨਾ ਪਾਏ। ਹੁਣ ਗੁਰੂ ਮਹਾਰਾਜ ਜੀ ਇੱਕ ਬੜਾ ਸੁੰਦਰ ਦ੍ਰਿਸ਼ਟਾਂਤ ਦਿੰਦੇ ਨੇ। ਖਾਪਰ ਕਹਿੰਦੇ ਨੇ ਖੱਪਰ ਨੂੰ। ਇਹ ਭਿੱਖਿਆ ਨੇ ਜਿਹੜੀ ਇੱਕ ਖੱਪਰ ਦੇ ਵਿੱਚ ਪਵਾ ਲੈਂਦੇ ਨੇ। ਗੁਰੂ ਜੀ ਕਹਿੰਦੇ ਨੇ ਵੀ ਜਦੋਂ ਖੱਪਰ ਹੀ ਟੁੱਟਿਆ ਹੋਵੇ ਤੇ ਅਗਲਾ ਜਦੋਂ ਭਿੱਖਿਆ ਪਾਏਗਾ ਤੇ ਫਿਰ ਉਹ ਥੱਲੇ ਡੁੱਲ ਜਾਏਗੀ। ਇਸੇ ਤਰ੍ਹਾਂ ਜਦੋਂ ਮਨ ਹੀ ਟੁੱਟਿਆ ਤੇ ਫਿਰ ਗੁਰੂ ਦਾ ਗਿਆਨ ਵੀ ਮਨ ਦੇ ਵਿੱਚ ਨਹੀਂ ਟਿਕਦਾ, ਵੀ ਡੁੱਲ ਜਾਂਦਾ ਹੈ। ਬੜਾ ਸੁੰਦਰ ਦ੍ਰਿਸ਼ਟਾਂਤ ਦਿੱਤਾ ਮੇਰੇ ਸੱਚੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਜੀ ਨੇ। ਜੇ ਭਾਂਡਾ ਹੀ ਟੁੱਟਿਆ ਹੋਵੇ ਤੇ ਭਾਈ ਉਹਦੇ ਚ ਪਦਾਰਥ ਕਿੱਥੇ ਰੁਕੇਗਾ? ਫੂਟੇ ਖਾਪਰ ਭੀਖ ਨਾ ਪਾਏ। ਜਦੋਂ ਮਨ ਟੁੱਟਿਆ ਹੋਵੇ ਨਾ ਮਨੁੱਖ ਦਾ,
ਤੇ ਫਿਰ ਉਹਨੂੰ ਗੁਰੂ ਦਾ ਉਪਦੇਸ਼ ਜਿਹੜਾ ਉਹ ਚੰਗਾ ਨਹੀਂ ਲੱਗਦਾ ਹੈ ਜੀ। ਬੰਧਨ ਬਾਧਿਆ ਆਵੈ ਜਾਏ। ਤੇ ਫਿਰ ਉਹਦੇ ਜਿਹੜੇ ਕਰਮਾਂ ਦੇ ਬੰਧਨ ਨੇ ਉਹ ਦੱਸੋ ਕਿਵੇਂ ਟੁੱਟਣਗੇ? ਜਦੋਂ ਮਨ ਅੰਦਰੋਂ ਜੁੜਿਆ ਨਹੀਂ ਹੈਗਾ, ਮਨ ਟੁੱਟਿਆ, ਤੇ ਗੁਰੂ ਮਹਾਰਾਜ ਜੀ ਦਾ ਉਪਦੇਸ਼, ਗੁਰਬਾਣੀ ਦੀ ਗੱਲ ਜਿਹੜੀ ਹੈ ਉਹ ਚੰਗੀ ਨਹੀਂ ਲੱਗਦੀ, ਭਾਉਂਦੀ ਨਹੀਂ। ਬੰਧਨ ਬਾਧਿਆ, ਤੇ ਫਿਰ ਕਰਮ ਨੇ ਜਿਹੜੇ ਉਹ ਕਰਮਾਂ ਦੇ ਵਿੱਚ ਬੰਨਿਆ ਹੋਇਆ ਆਵੇ ਜਾਂ ਫਿਰ ਮੁਕਤੀ ਨਹੀਂ ਹੋਏਗੀ। ਫਿਰ ਭਾਈ ਇਸ ਤਰ੍ਹਾਂ ਹੀ ਜੰਮਣ ਮਰਨਾ ਬਣਿਆ ਰਹਿੰਦਾ ਹੈ ਜੀ। ਜਿੰਦ ਨ ਰੱਖੈ ਜਤੀ ਕਹਾਵਹੇ। ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਜਿਹੜਾ ਸਰੀਰ ਹੈ ਇਹਨੂੰ ਸਾਧ ਕੇ ਤਾਂ ਰੱਖਿਆ ਨਹੀਂ ਜਾਂਦਾ, ਤੇ ਆਪਣੇ ਆਪ ਨੂੰ ਜੇ ਅਸੀਂ ਆਖੀਏ ਵੀ ਅਸੀਂ ਬੜੇ ਜਤੀ ਬਣੇ ਹੋਏ ਹਾਂ ਜੀ। ਮਾਈ ਮਾਗਤ ਤ੍ਰੈ ਲੋਭਾਵਹੇ। ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਜਦੋਂ ਗੁਰਬਾਣੀ ਲਿਖਦੇ ਨੇ, ਕਿਸੇ ਨੂੰ ਉਪਦੇਸ਼ ਦਿੰਦੇ ਨੇ ਨਾ, ਫਿਰ ਉਹਦੀ ਤਹਿ ਤੱਕ ਚਲੇ ਜਾਂਦੇ ਨੇ। ਮਾਈ ਮਾਗਤ, ਹੁਣ ਮੰਗਣ ਲੱਗਾ ਕੀ ਕਹਿੰਦਾ? ਮਾਈ ਆ ਲਿਆਈ ਪ੍ਰਸ਼ਾਦਾ, ਸਾਧੂ ਆਏ ਨੇ, ਤੇ ਉਹਦੇ ਤੇ ਬੇਈਮਾਨ ਕਿਵੇਂ ਹੋ ਜਾਂਦਾ? ਤ੍ਰੈ ਲੁਭਾਵ ਹੈ, ਜਿਵੇਂ ਉਹਦੀ ਆਪਣੀ ਘਰ ਦੀ ਹੁੰਦੀ ਹੈ ਨਾ, ਇਸ ਤਰ੍ਹਾਂ ਉਹਦੇ ਤੇ ਬੇਈਮਾਨ ਹੋ ਜਾਂਦਾ ਹੈ ਜੀ। ਦਇਆ ਨਹੀਂ ਜੋਤ ਉਜਾਲਾ। ਜਦੋਂ ਤੱਕ ਮਨੁੱਖ ਦੇ ਮਨ ਦੇ ਵਿੱਚ ਦਇਆ ਹੀ ਨਹੀਂ, ਉਦੋਂ ਤੱਕ ਜਿਹੜੀ ਉਸ ਪ੍ਰਭੂ ਪਰਮਾਤਮਾ ਦੀ ਜੋਤ ਹੈ ਸਾਡੇ ਅੰਦਰ, ਉਹ ਜਗਮਗਾ ਕਰਕੇ ਅੰਦਰੋਂ ਗਿਆਨ ਦਾ ਉਜਾਲਾ ਨਹੀਂ ਦੇਵੇਗੀ। ਇੱਕ ਵਾਰੀ ਮੈਂ ਫਿਰ ਥੋੜਾ ਜਿਹਾ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੋਵਾਂ। ਬਿੰਦ ਨਾ ਰੱਖੈ ਜਤੀ ਕਹਾਵੈ। ਕਹਾਣ ਨੂੰ ਆਪਣੇ ਆਪ ਨੂੰ ਜਤੀ ਕਹਾਉਂਦੇ ਨੇ, ਪਰ ਸਰੀਰ ਹੈ ਜਿਹੜਾ ਇਹਨੂੰ ਸਾਧ ਕੇ ਨਹੀਂ ਰੱਖਿਆ ਜਾ ਸਕਦਾ। ਮਾਈ ਮੰਗਤ, ਮੰਗਣ ਲੱਗਿਆ ਮੂੰਹ ਦੇ ਵਿੱਚੋਂ ਮਾਂ ਆਖਣਾ, ਤੇ ਬੇਈਮਾਨ ਨੇ ਜਿਹੜਾ ਉਹਦੇ ਤੇ ਗਲਤ ਤਰੀਕੇ ਦੇ ਨਾਲ ਹੋ ਜਾਣਾ। ਨਿਰਦਇਆ, ਇਹ ਸਭ ਤੋਂ ਵੱਡਾ ਨਿਰਦਈ ਮਨੁੱਖ ਹੈ, ਜਿਹੜਾ ਜ਼ਬਾਨ ਦੇ ਨਾਲ ਕੁਝ ਹੋਰ ਆਖ ਰਿਹਾ ਤੇ ਮੂੰਹ ਦੇ ਨਾਲ ਕੁਝ ਹੋਰ ਆਖ ਰਿਹਾ ਹੈ। ਜੋਤ ਉਜਾਲਾ, ਤੇ ਇਹਦੇ ਅੰਦਰ ਦੱਸੋ ਪਰਮਾਤਮਾ ਦੀ ਜੋਤ ਕਿਵੇਂ ਪ੍ਰਕਾਸ਼ ਕਰੇਗੀ? ਬੁੱਢਤ ਬੁੱਢੇ ਸਰਬ ਜੰਜਾਲਾ। ਇਹ ਡੁੱਬਦਾ ਨਾ ਇਹਨਾਂ ਜੰਜਾਲਾਂ ਦੇ ਵਿੱਚ ਹੀ ਡੁੱਬ ਜਾਂਦਾ ਹੈ। ਇਹ ਡੁੱਬਦਾ ਬੂਢਤ, ਬੂਢੇ ਤੋਂ ਭਾਵ ਹੈ ਡੁੱਬਦਾ ਸਰਬ ਜੰਜਾਲਾ। ਇਹ ਹੁਣ ਇੱਕ ਨਹੀਂ, ਸਾਰੇ ਜੰਜਾਲ ਹੀ ਇਹਨੂੰ ਆਣ ਕੇ ਪੈ ਜਾਂਦੇ ਹਨ ਜੀ। ਦੇਖ ਕਰਹਿ ਖਿੰਤਾ ਬਹੁ ਬਟੁਆ। ਇਸ ਤਰ੍ਹਾਂ ਭਾਈ ਜਿਹੜਾ ਭੇਖ ਹੈ ਨਾ ਉੱਪਰ, ਉਹ ਵੀ ਕਰਦਾ ਖਿੰਤਾ ਬਹੁ ਥਟਵਾ। ਥਟਵਾ ਦਾ ਅਰਥ ਹੁੰਦਾ ਠਾਟ ਬਣਾਉਣੀ, ਬੜਾ ਸਾਜੋ ਸਮਾਜ ਬਣਾ ਲੈਣਾ ਉੱਪਰੋਂ। ਖਿੰਥਾ, ਇਹ ਜਿਹੜਾ ਬਾਣਾ ਪਾਉਂਦੇ ਨੇ ਖਿੰਥਾ ਧਾਰਨ ਕਰਦੇ ਨੇ, ਉਹਨੂੰ ਆਖਦੇ ਨੇ ਭੇਖ ਕਰੇ ਖਿੰਤਾ ਬਹੁ ਥਟਵਾ। ਉੱਪਰੋਂ ਜਿਹੜਾ ਭੇਖ ਹੈ ਨਾ, ਉਹ ਚੰਗੀ ਤਰ੍ਹਾਂ ਪੂਰਾ ਸਵਾਰਿਆ ਹੋਇਆ ਹੈ ਜੀ। ਪਰ ਅੰਦਰੋਂ ਜਿਹੜਾ ਖੇਡ ਖੇਡ ਰਿਹਾ ਨਾ, ਇਹ ਝੂਠ ਦਾ ਖੇਡ ਖੇਡ ਰਿਹਾ। ਅੰਦਰੋਂ ਸੱਚ ਦੀ ਖੇਡ ਨਹੀਂ ਇਹਦੇ ਅੰਦਰ ਬਣੀ, ਅੰਦਰੋਂ ਝੂਠ ਦੀ ਖੇਡ ਬਣੀ ਹੋਈ ਹੈ। ਤੇ ਫਿਰ ਇਹ ਗੁਰੂ ਮਹਾਰਾਜ ਜੀ ਕਹਿੰਦੇ ਨੇ ਹੈ ਕੋਣ ਇਹ ਨਟੂਆ? ਨਟੂਆ ਕਿਹਨੂੰ ਕਹਿੰਦੇ ਨੇ? ਨਟ ਨੂੰ ਕਹਿੰਦੇ ਨੇ। ਹੁਣ ਥੋੜਾ ਜਿਹਾ ਭਾਈ ਸਮਾਂ ਬਦਲ ਗਿਆ, ਪਹਿਲੂ ਇਹ ਨਟ ਹੁੰਦੇ ਸਨ। ਇਹ ਪਿੰਡ ਦੇ ਬਾਹਰ ਆਣ ਕੇ ਨਾ ਆਪਣੀਆਂ ਝੁੱਗੀਆਂ ਲਾ ਲਿਆ ਕਰਦੇ, ਤੇ ਢੋਲ ਵਜਾ ਕੇ ਪਿੰਡ ਦੀ ਜਿੱਥੇ ਸੱਥ ਹੁੰਦੀ ਜਾਂ ਕਿਤੇ ਚੁਰਾਹਾ ਖੁੱਲੀ ਜਗ੍ਹਾ ਹੁੰਦੀ, ਉੱਥੇ ਆਪਣਾ ਡਮਰੂ ਵਜਾਉਂਦੇ, ਤੇ ਲੋਕਾਂ ਨੂੰ ਨਾ ਫਿਰ ਤਰ੍ਹਾਂ ਤਰ੍ਹਾਂ ਦੇ ਭੇਖ ਬਣਾ ਕੇ ਵਿਖਾਉਂਦੇ। ਇੱਕ ਰਾਜਾ ਬਣ ਜਾਂਦਾ, ਇੱਕ ਚੋਰ ਬਣ ਜਾਂਦਾ, ਇੱਕ ਵਜ਼ੀਰ ਸਿਪਾਹੀ ਬਣ ਜਾਂਦਾ। ਇਸ ਤਰ੍ਹਾਂ ਜਵਾਕਾਂ ਦਾ, ਪਿੰਡ ਵਾਲਿਆਂ ਦਾ ਮਨੋਰੰਜਨ ਕਰਿਆ ਕਰਦੇ ਸਨ। ਹੋਰ ਅਣਕ ਪ੍ਰਕਾਰ ਦੀਆਂ ਬਾਜ਼ੀਆਂ ਵੀ ਲਾਇਆ ਕਰਦੇ ਸਨ। ਇਹ ਲੋਕ ਸਨ ਜਿਹੜੇ, ਇਹਨਾਂ ਨੂੰ ਬਾਜ਼ੀਗਰ ਵੀ ਆਖਦੇ ਨੇ। ਭੇਖ ਕਰੇ ਖਿੰਤਾ ਬਹੁ ਥਟਵਾ। ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਉੱਪਰੋਂ ਭੇਖ ਵੇਖੀ ਇਹਨਾਂ ਤੇ ਬੜੀ ਠਾਠ ਬਾਠ ਬਣੀ ਹੁੰਦੀ ਹੈ। ਉੱਪਰੋਂ ਵੇਖ ਕੇ ਤਾਂ ਇਸ ਤਰ੍ਹਾਂ ਲੱਗਦਾ ਵੀ ਇਹਦੇ ਨਾਲ ਦਾ ਸੰਤ ਸਾਧੂ ਹੀ ਕੋਈ ਨਹੀਂ, ਤੇ ਅੰਦਰੋਂ ਝੂਠੋ ਖੇਲ ਖੇਲੇ ਬਹੁ ਨਟਵਾ। ਤੇ ਅੰਦਰ ਕੀ ਹੋਇਆ? ਅੰਦਰ ਨਟ ਬਾਜ਼ੀਆਂ ਪਾਉਣ ਵਾਲੇ ਦੀ ਤਰ੍ਹਾਂ ਝੂਠਾ ਖੇਡ ਬਣਿਆ ਹੋਇਆ ਹੈ ਜੀ। ਅੰਤਰ ਅਗਨ ਚਿੰਤਾ ਬਹੁ ਜਾਰੇ। ਅੰਦਰ ਅੱਗ ਮੱਚੀ ਹੋਈ ਏ, ਤੇ ਅੱਗ ਕਾਦੀ? ਚਿੰਤਾ ਦੀ ਬਹੁ ਜਾਰੇ ਇਹਨੇ ਸਾੜ ਰੱਖੀ ਹੈ। ਅੰਤਰ ਅਗਨ ਚਿੰਤਾ ਬਹੁ ਜਾਰੇ, ਅੰਦਰ ਦੀ ਅੱਗ ਜਿਹੜੀ ਚਿੰਤਾ ਦੀ, ਇਹ ਭਾਈ ਮਨੁੱਖ ਨੂੰ ਅੰਦਰੋਂ ਅੰਦਰੀ ਸਾੜੀ ਜਾਂਦੀ ਹੈ ਜੀ। ਕਰਮਾ ਕੈਸੇ ਤਰਸ ਪਾਰੇ। ਚੰਗੇ ਕਰਮ ਕੀਤੇ ਤੋਂ ਬਗੈਰ ਮਨੁੱਖ ਜਿਹੜਾ ਇਸ ਸੰਸਾਰ ਸਾਗਰ ਦੇ ਵਿੱਚੋਂ ਪਾਰ ਨਹੀਂ ਹੋ ਸਕਦਾ ਹੈ ਜੀ। ਫਟਕ ਬਣਾਈ ਕਾਨ। ਕੰਨ ਦੇ ਵਿੱਚ ਮੁੰਦਰਾ ਪਾਣ ਦੇ ਨਾਲ ਕੋਈ ਜੋਗੀ ਨਹੀਂ ਹੋਇਆ ਕਰਦਾ। ਮੁੰਦਰਾ ਫਟਕ, ਫਟਕ ਦਾ ਅਰਥ ਹੈ ਫਾੜ ਕੇ, ਤੇ ਮੁੰਦਰਾ ਇਹ ਕੰਨਾਂ ਦੇ ਵਿੱਚ ਜੋ ਪਾਈਆਂ ਜਾਂਦੀਆਂ ਨੇ। ਬਣਾਈ ਕਾਨ, ਕੰਨਾਂ ਦੇ ਵਿੱਚ ਜਦੋਂ ਬਣਾਈਆਂ। ਹੁਣ ਗੁਰੂ ਨਾਨਕ ਦੇਵ ਜੀ ਸੱਚੇ ਸਤਿਗੁਰ ਦੇ ਪਾਸ ਆਏ ਸਨ ਜੋਗੀ। ਜਪਜੀ ਸਾਹਿਬ ਦੇ ਅੰਦਰ ਫਰਮਾਨ ਹੁੰਦਾ, ਮੁੰਦਾ ਸੰਤੋਖ ਸਰਮ ਪਤ।
ਗੁਰੂ ਜੀ ਨੇ ਫਿਰ ਦੱਸਿਆ ਵੀ ਤੁਸੀਂ ਜਿਹੜੀਆਂ ਮੁੰਦਰਾ ਸਾਨੂੰ ਪਵਾਉਣੀਆਂ ਚਾਹੁੰਦੇ ਹੋ ਨਾ, ਅਸੀਂ ਤਾਂ ਮੁੰਦਰਾ ਪਾਈਆਂ ਹੋਈਆਂ ਨੇ। ਕਾਹਦੀਆਂ? ਮੁੰਦਾ ਸੰਤੋਖ, ਅਸੀਂ ਸੰਤੋਖ ਦੀ ਮੁੰਦਰਾ ਪਾਈਆਂ ਹੋਈਆਂ ਨੇ ਕੰਨਾਂ ਦੇ ਵਿੱਚ। ਉਹ ਕਿਵੇਂ? ਮੁੰਦਰਾ ਸ਼ਬਦ ਬਣਿਆ ਮੁੰਦਾ ਤੋਂ, ਤੇ ਮੁੰਦੇ ਦਾ ਅਰਥ ਹੁੰਦਾ ਨੱਕਾ ਲਾ ਲੈਣਾ। ਜਿਵੇਂ ਖਾਲੇ ਨੂੰ ਅੱਗੋਂ ਅਸੀਂ ਮੁੰਦ ਦਿੰਨੇ ਆ ਨਾ, ਨੱਕਾ ਲਾ ਲੈਂਦੇ ਆ, ਤੇ ਪਾਣੀ ਗਾਹ ਨਹੀਂ ਜਾਂਦਾ, ਪੁੱਠਾ ਕਿਆਰੇ 'ਚ ਹੀ ਮੁੜ ਕੇ ਪਈ ਜਾਂਦਾ ਹੈ। ਉਸੇ ਤਰ੍ਹਾਂ ਇਹਨਾਂ ਦਾ ਅਰਥ ਇਹ ਸੀ, ਮੁੰਦਾ ਇਹਨਾਂ ਨੂੰ ਤਾਕਿਆ ਜਿਵੇਂ ਅਸੀਂ ਕੰਨ ਮੁੰਦ ਲਏ ਨੇ। ਕਿਉਂ ਮੁੰਦ ਲਏ ਨੇ? ਸਾਡਾ ਹੁਣ ਸੰਸਾਰ ਦੀਆਂ ਗੱਲਾਂ ਨਾਲ ਕੋਈ ਮਤਲਬ ਨਹੀਂ। ਸੰਸਾਰ ਦੇ ਅੰਦਰ ਕੁਝ ਮਰਜ਼ੀ ਹੋਈ ਜਾਵੇ, ਕੋਈ ਨਿੰਦਿਆ, ਕੋਈ ਚੁਗਲੀ, ਇਸ ਤਰ੍ਹਾਂ ਦੀਆਂ ਬੁਰਾਈਆਂ ਅਛਾਈਆਂ ਨੇ ਨਾ ਜਿਹੜੀਆਂ, ਅਸੀਂ ਉਹਨਾਂ ਤੋਂ ਰਹਿਤ ਹੋ ਗਿਆ। ਮਤਲਬ ਇਹਦਾ ਇਹ ਸੀ। ਪਰ ਫਿਰ ਬਾਅਦ ਦੇ ਵਿੱਚ ਹੌਲੀ ਹੌਲੀ ਮੁੰਦਰਾ ਫਟਕ ਬਣਾਈ ਕਾਨ, ਇੱਕ ਇਸ ਤਰ੍ਹਾਂ ਦੀ ਮਰਿਆਦਾ ਜੀ ਬਣ ਗਈ। ਲੋਕਾਂ ਨੇ ਮੁੰਦਰਾ ਵੀ ਪਾ ਲੀਆਂ, ਪਰ ਉਹ ਜਿਹੜੀਆਂ ਬੁਰਾਈਆਂ ਸੀ ਉਹ ਛੱਡਣੀਆਂ ਨਹੀਂ ਕੀਤੀਆਂ ਹਨ। ਮੁਕਤ ਨਹੀਂ ਵਿਦਿਆ ਵਿਗਿਆਨ, ਉਦੋਂ ਤੱਕ ਮਨੁੱਖ ਨੂੰ ਨਾ ਮੁਕਤੀ ਦੀ ਦਾਤ ਨਹੀਂ ਮਿਲਦੀ ਜਦੋਂ ਤੋਂ ਉਹ ਵਿਗਿਆਨ ਦਾ ਅਰਥ ਹੈ ਵਿਸ਼ੇਸ਼ ਗਿਆਨ, ਭਾਵ ਪ੍ਰਭੂ ਪਰਮਾਤਮਾ ਦੇ ਗਿਆਨ ਵਾਲੀ ਜਿਹੜੀ ਵਿਦਿਆ ਹੈ ਨਾ, ਜਦੋਂ ਤੱਕ ਮਨੁੱਖ ਉਸ ਪ੍ਰਭੂ ਪਰਮਾਤਮਾ ਦੇ ਗਿਆਨ ਵਾਲੀ ਵਿਦਿਆ ਜਿਹੜੀ ਉਹਨੂੰ ਨਹੀਂ ਪੜ੍ਹਦਾ, ਉਦੋਂ ਤੱਕ ਮਨੁੱਖ ਨੂੰ ਮੁਕਤੀ ਦੀ ਦਾਤ ਨਹੀਂ ਮਿਲਦੀ ਹੈ ਜੀ। ਹੁਣ ਗੁਰੂ ਮਹਾਰਾਜ ਜੀ ਖੁਲਾਸਾ ਕਰਦੇ ਨੇ ਵੀ ਪਰਮਾਤਮਾ ਦੇ ਗਿਆਨ ਵਾਲੀ ਵਿਦਿਆ ਕਿਹੜੀ ਹੈ। ਸਾਡੇ ਵੀ ਅੰਦਰ ਖਿਆਲ ਆਇਆ ਹੋਣਾ ਵੀ ਉਹ ਕਿਹੜੀ ਵਿਦਿਆ ਜਿਹੜੀ ਪਰਮਾਤਮਾ ਦੇ ਗਿਆਨ ਵਾਲੀ। ਇਹ ਪਰਮਾਤਮਾ ਦੇ ਗਿਆਨ ਵਾਲੀ ਵਿਦਿਆ ਹੈ। ਸਾਡੇ 5 ਗਿਆਨ ਇੰਦਰੇ ਨੇ। ਇਹ 5 ਗਿਆਨ ਇੰਦਰੇ ਜੇ ਸਵਾਦਾਂ ਦੇ ਵਿੱਚ ਲੱਗੇ ਹੋਏ ਨੇ ਤੇ ਫਿਰ ਪਰਮਾਤਮਾ ਦੇ ਗਿਆਨ ਵਾਲੀ ਵਿਦਿਆ ਨਹੀਂ ਹੈਗੀ। ਪਰਮਾਤਮਾ ਦੇ ਗਿਆਨ ਵਾਲੀ ਵਿਦਿਆ ਸਿੱਖਿਆ ਇਹੀ ਹੈ ਕਿ ਇਹ ਇੰਦਰੇ ਨੇ ਜਿਹੜੇ ਸਵਾਦਾਂ ਤੋਂ ਰਹਿਤ ਹੋ ਜਾਣ। ਜਿਹਵਾ ਇੰਦਰੀ ਸਾਧ ਲੁਭਾਨਾ, ਅਸੀਂ ਅੱਖਾਂ ਦਾ ਵੇਖਣ ਦਾ ਸਵਾਦ, ਕੰਨਾਂ ਦਾ ਸੁਣਨ ਦਾ ਸਵਾਦ, ਜ਼ੁਬਾਨ ਦਾ ਬੋਲਣ ਦਾ ਸਵਾਦ, ਚਮੜੀ ਦਾ ਸਪਰਸ਼ ਦਾ ਸਵਾਦ ਤੇ ਨੱਕ ਦਾ ਸੁੰਘਣ ਦਾ ਸਵਾਦ। ਇਹ ਜਿਹੜੇ ਸਵਾਦ ਨੇ ਨਾ, ਇਹਨਾਂ ਸਵਾਦਾਂ ਦੇ ਵਿੱਚ ਜਦੋਂ ਤੱਕ ਅਸੀਂ ਲੱਗੇ ਹੋਏ ਹਾਂ ਜੀ, ਉਦੋਂ ਤੱਕ ਅਸੀਂ ਪਸ਼ੂਆਂ ਦੀ ਜੂਨੀ ਦੀ ਤਰ੍ਹਾਂ। ਕੀ ਹੋ ਗਿਆ? ਜੇ ਮਨੁੱਖ ਹਾਂ ਤੇ ਫਿਰ ਹੈਗੇ ਤਾਂ ਅਸੀਂ ਪਸ਼ੂਆਂ ਵਰਗੇ ਹਨ। ਕਿਸੇ ਵਿਦਵਾਨ ਨੇ ਬੜਾ ਸੋਹਣਾ ਸਾਨੂੰ ਦ੍ਰਿਸ਼ਟਾਂਤ ਦਿੱਤਾ ਹੈ। ਉਹ ਕਹਿੰਦਾ ਪਸ਼ੂ ਦੇ ਵਿੱਚ ਤੇ ਮਨੁੱਖ ਦੇ ਵਿੱਚ ਇੱਕ ਫਰਕ ਹੈ। ਜੇ ਉਹਨੇ ਉਹ ਫਰਕ ਨਹੀਂ ਰੱਖਿਆ ਤੇ ਫਿਰ ਪਸ਼ੂ ਤੇ ਮਨੁੱਖ ਇੱਕੋ ਹੀ ਹੈ, ਇਹਨਾਂ 'ਚ ਕੋਈ ਫਰਕ ਨਹੀਂ। ਪਸ਼ੂ ਬੱਚੇ ਪੈਦਾ ਕਰਦਾ, ਅਸੀਂ ਵੀ ਪਰਿਵਾਰ ਵਾਲੇ ਆ, ਸਾਡੇ ਵੀ ਬੱਚੇ ਨੇ। ਪਸ਼ੂ ਨੂੰ ਭੁੱਖ ਲੱਗਦੀ ਏ, ਖਾਂਦਾ ਪੀਂਦਾ, ਅਸੀਂ ਵੀ ਖਾਂਦੇ ਪੀਂਦੇ ਆ, ਸਾਨੂੰ ਵੀ ਭੁੱਖ ਲੱਗਦੀ ਏ। ਪਸ਼ੂ ਦੁਖੀ ਹੁੰਦਾ ਹੈ, ਦੁੱਖ ਤੇ ਸੁੱਖ ਨੂੰ ਮਹਿਸੂਸ ਕਰਦਾ ਹੈ। ਅਸੀਂ ਵੀ ਗਰਮੀ ਸਰਦੀ ਦੁੱਖ ਸੁੱਖ ਬਿਮਾਰ ਸ਼ਮਾਰ ਸਾਰਾ ਕੁਝ ਸਾਡੇ ਨਾਲ ਵੀ ਹੁੰਦਾ ਹੈ। ਤੇ ਫਿਰ ਪਸ਼ੂ ਦੇ ਵਿੱਚ ਤੇ ਸਾਡੇ ਵਿੱਚ ਫਰਕ ਕੀ ਹੋਇਆ? ਬਸ ਇਤਨਾ ਫਰਕ ਹੈ, ਪਸ਼ੂ ਹੈ ਜਿਹੜਾ ਉਹ ਵਿਦਿਆ ਪ੍ਰਾਪਤ ਨਹੀਂ ਕਰ ਸਕਦਾ। ਅਸੀਂ ਵਿਦਿਆ ਪ੍ਰਾਪਤ ਕਰ ਸਕਦੇ ਹਾਂ, ਪਰਮਾਤਮਾ ਦਾ ਗਿਆਨ ਪ੍ਰਾਪਤ ਕਰ ਸਕਦੇ ਹਾਂ। ਜੇ ਅਸੀਂ ਪਰਮਾਤਮਾ ਦਾ ਗਿਆਨ ਨਹੀਂ ਪ੍ਰਾਪਤ ਕੀਤਾ ਤੇ ਫਿਰ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਪਸ਼ੂ ਭਏ ਇਹ ਬੰਦੇ ਥੋੜੀ ਨੇ, ਪਸ਼ੂ ਨੇ। ਕਰਤੂਤ ਪਸ਼ੂ ਕੀ ਮਾਨਸ ਜਾਤ, ਵੇਖਣ ਨੂੰ ਤਾਂ ਲੱਗਦਾ ਵੀ ਬੰਦਾ ਹੋਏਗਾ, ਪਰ ਕੰਮ ਨੇ ਜਿਹੜੇ ਉਹ ਪਸ਼ੂਆਂ ਵਾਲੇ ਨੇ। ਮਿਟੇ ਨਹੀਂ ਮਿਟੇ ਨਿਸ਼ਾਨਾ, ਤੇ ਇਹ ਜਿਹੜਾ ਨਿਸ਼ਾਨਾ ਮੱਥੇ ਤੇ ਲੱਗ ਗਿਆ ਨਾ ਪਸ਼ੂ ਵਾਲਾ, ਮੋਹਰ, ਨਿਸ਼ਾਨ ਦਾ ਅਰਥ ਹੁੰਦਾ ਮੋਹਰ। ਗੁਰੂ ਮਹਾਰਾਜ ਜੀ ਕਹਿੰਦੇ ਨੇ ਮੋਹਰ ਲੱਗ ਗਈ ਹੈ ਮੱਥੇ ਤੇ ਵੀ ਦੁਨੀਆ ਤੇ ਆਇਆ ਹੈ ਤੇ ਪਸ਼ੂ ਬਿਰਤੀ ਦੇ ਨਾਲ ਜਿਉਂ ਕੇ ਗਿਆ, ਇਹ ਭਾਈ ਮਿਟੇਗਾ ਨਹੀਂ ਜੀ। ਗੁਰੂ ਮਹਾਰਾਜ ਜੀ ਕਹਿੰਦੇ ਨੇ ਸੰਸਾਰ ਦੇ ਅੰਦਰ 3 ਪ੍ਰਕਾਰ ਦੇ ਲੋਕ ਨੇ, ਉੱਤਮ, ਮੱਧਮ ਤੇ ਨੀਚ। ਗੁਰੂ ਨਾਨਕ ਦੇਵ ਜੀ ਨੂੰ ਸਵਾਲ ਕੀਤਾ ਸੀ ਵੀ ਦੁਨੀਆ ਦੇ ਅੰਦਰ 3 ਪ੍ਰਕਾਰ ਦੇ ਲੋਕ ਨੇ, ਉੱਤਮ, ਮੱਧਮ ਤੇ ਨੀਚ, ਤੁਸੀਂ ਕਿਹੜੀ ਕੈਟਾਗਰੀ ਦੇ ਵਿੱਚ ਆਉਂਦੇ ਹੋ? ਤੇ ਧੰਨ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਇਹਨਾਂ ਅਸੀਂ ਤਿੰਨਾਂ ਤੋਂ ਹੀ ਰਹਿਤੇ ਐ ਜੀ, ਨਾ ਹਮ ਉੱਤਮ ਮੱਧਮ ਨਾ ਨੀਚ, ਹਰ ਸਰਨਾਗਤ ਹਰ ਕੇ ਲੋਕ, ਅਸੀਂ ਪਰਮਾਤਮਾ ਦੇ ਲੋਕ ਹਾਂ। ਉਹੀ ਗੱਲ ਗੁਰੂ ਨਾਨਕ ਦੇਵ ਜੀ ਇੱਥੇ ਕਹਿੰਦੇ ਨੇ, ਤ੍ਰਿਭਿਦ ਲੋਕਾ, ਤੁਸੀਂ ਲੋਕਾਂ ਨੂੰ 3 ਹਿੱਸਿਆਂ ਦੇ ਵਿੱਚ ਵੰਡਦੇ ਹੋ, ਉੱਤਮ, ਮੱਧਮ ਤੇ ਨੀਚ ਦੇ ਵਿੱਚ। ਤ੍ਰਿਭਿਦ ਜੋਗਾ ਤੇ ਫਿਰ ਇਸ ਪ੍ਰਕਾਰ ਦਾ, 3 ਪ੍ਰਕਾਰ ਦਾ ਤੁਸੀਂ ਯੋਗ ਕਮਾਉਨੇ ਹੋ ਜੀ। ਸ਼ਬਦ ਵਿਚਾਰੈ ਜੋ ਕਸ ਸੋਗਾ, ਤੇ ਜੇ ਸ਼ਬਦ ਦੀ ਵਿਚਾਰ ਕਰੀਏ, ਸ਼ਬਦ ਦੀ ਵਿਚਾਰ ਦੇ ਨਾਲ ਜੁੜੀਏ ਤੇ ਫਿਰ ਭਾਈ ਇਹ ਜਿਹੜਾ ਸੋਗ ਭਾਵ ਦੁੱਖ ਹੈ ਨਾ, ਇਹ ਦੂਰ ਹੋ ਜਾਂਦਾ ਹੈ। ਜਦ ਸਾਚ ਸੋ ਸ਼ਬਦ ਹੋਏ, ਜਦੋਂ ਆਪਾਂ ਗੁਰਬਾਣੀ ਦੇ ਅਰਥ ਕਰਦੇ ਆ, ਇਸ ਦੀਆਂ 2-3 ਮਰਿਆਦਾ ਮਹਾਂਪੁਰਸ਼ਾਂ ਨੇ ਬਣਾਈਆਂ ਨੇ। ਇੱਕ ਹੁੰਦਾ ਖੰਡਨ ਤੇ ਮੰਡਨ ਕਰਨਾ।
ਦੂਜਾ ਹੁੰਦਾ ਅਨਵੇਂ ਕਰਕੇ ਅਰਥ ਕਰਨਾ। ਇਸ ਤੁਕ ਦਾ ਅਰਥ ਖੰਡਨ ਤੇ ਮੰਡਨ ਦੇ ਨਾਲ ਹੋਏਗਾ, ਭਾਵ ਇੱਕ ਸ਼ਬਦ ਨੂੰ ਇੱਕ ਥਾਂ ਤੋਂ ਦੂਜੇ ਸ਼ਬਦ ਦੇ ਨਾਲ ਮੰਡਨ, ਜੋੜ ਲੈਣਾ। ਹੁਣ ਉਜਲ ਸਾਚ ਸੋ ਸ਼ਬਦ ਹੋਏ, ਸਾਚ ਸ਼ਬਦ ਇਹਨਾਂ ਦੋਵਾਂ ਨੂੰ ਆਪਾਂ ਨੇ ਜੋੜ ਲੈਣਾ ਹੈ, ਉਜਲ ਹੋਏ ਇਹਨਾਂ ਦੋਵਾਂ ਨੂੰ ਜੋੜ ਲੈਣਾ, ਫਿਰ ਗੱਲ ਦੀ ਸਮਝ ਆਏਗੀ। ਸਾਚ ਸ਼ਬਦ ਜਿਹੜਾ ਸੱਚਾ ਸ਼ਬਦ ਹੈ, ਉਜਲ ਹੋਏ ਇਹਦੇ ਨਾਲ ਉਜਲ ਹੋਏਗਾ ਕੀ, ਸੋ ਦਾ ਅਰਥ ਇੱਥੇ ਹੁਣ ਮਨ ਬਣ ਗਿਆ। ਮਨ ਜਿਹੜਾ ਇਹ ਸੱਚੇ ਸ਼ਬਦ ਦੇ ਨਾਲ ਪਵਿੱਤਰ ਹੋਏਗਾ। ਹੁਣ ਸੱਚਾ ਸ਼ਬਦ ਕੀ ਹੈ? ਵਾਹਿਗੁਰੂ। ਜੇ ਅਸੀਂ ਵਾਹਿਗੁਰੂ ਵਾਹਿਗੁਰੂ ਆਖਾਂਗੇ, ਵਾਹਿਗੁਰੂ ਦਾ ਨਾਮ ਜਪਾਂਗੇ, ਵਾਹਿਗੁਰੂ ਦੀ ਬੰਦਗੀ ਸਿਮਰਨ ਕਰਾਂਗੇ, ਤੇ ਫਿਰ ਭਾਈ ਸਾਡਾ ਮਨ ਜਿਹੜਾ ਇਹ ਉਜਲ ਹੋ ਜਾਏਗਾ ਜੀ। ਜੋਗੀ ਜਗਤ ਵਿਚਾਰੇ ਸੋਏ। ਧੰਨ ਗੁਰੂ ਮਹਾਰਾਜ ਜੀ ਕਹਿੰਦੇ ਨੇ, ਹੇ ਜੋਗੀ, ਜੇ ਤੂੰ ਜੋਗੀ ਹੈ ਤਾਂ ਇਸ ਤਰੀਕੇ ਦੇ ਉੱਤੇ ਵਿਚਾਰ ਕਰ, ਜਿਹੜੇ ਤਰੀਕੇ ਦੇ ਨਾਲ ਤੇਰਾ ਮਨ ਜਿਹੜਾ ਗੁਰੂ ਦੇ ਸੱਚੇ ਸ਼ਬਦ ਦੇ ਨਾਲ ਜੁੜ ਕੇ ਤੇ ਉਜਲ ਪਵਿੱਤਰ ਹੋ ਜਾਵੇ ਜੀ। ਤੂੰ ਕਰਨ ਜੋਗ। ਇਹ ਆਖਰੀ ਪੌੜੀ ਏ ਇਸ ਅਸ਼ਟਪਦੀ ਦੀ। ਧੰਨ ਗੁਰੂ ਨਾਨਕ ਦੇਵ ਜੀ ਨੇ ਕਿਰਪਾ ਕੀਤੀ ਏ ਇਸ ਪੌੜੀ ਦੇ ਵਿੱਚ ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਕੀਤੀ ਹੈ। ਸੱਚੇ ਸਤਿਗੁਰ ਤੁਝ ਭੈ ਨੌ ਨਿਧ, ਸਾਰੀਆਂ ਨੌ ਨਿਧੀਆਂ ਤੇਰੇ ਹੱਥ ਦੇ ਵਿੱਚ ਹੀ ਨੇ। ਤੂੰ ਕਰਨੇ ਯੋਗ ਤੇ ਤੂੰ ਆਪ ਹੀ ਸਾਰਿਆਂ ਦੇ ਅੰਦਰ ਬੰਦਗੀ ਸਿਮਰਨ ਭਰ ਕੇ ਉਹਨਾਂ ਤੋਂ ਬੰਦਗੀ ਸਿਮਰਨ ਕਰਵਾਉਣ ਵਾਲਾ ਹੈ ਜੀ। ਆਪ ਥਾਪੇ ਕਰੇ ਸੋਗ। ਤੂੰ ਬਣਾਉਣ ਵਾਲਾ ਤੇ ਤੂੰ ਢਾਣ ਵਾਲਾ ਹੈ, ਤੂੰ ਹੀ ਜੋ ਕਰਦਾ ਉਹੀ ਹੋ ਜਾਂਦਾ ਹੈ। ਜਤ ਸਤ ਸੰਜਮ ਸਚ ਸੁਚੀਤ। ਤੇਰਾ ਨਾਮ ਜਪਿਆ ਜਤ ਵੀ ਰਹਿ ਜਾਂਦਾ, ਸਤ ਵੀ ਰਹਿ ਜਾਂਦਾ, ਤੇ ਅਸੀਂ ਸੰਜਮੀ ਵੀ ਹੁੰਨੇ ਆ, ਸੱਚ ਸੁਚੀਤ, ਤੇ ਇਹ ਜਿਹੜਾ ਚੇਤੇ ਨਾ ਇਹ ਵੀ ਸੱਚਾ ਹੋ ਜਾਂਦਾ ਹੈ। ਧੰਨ ਗੁਰੂ ਨਾਨਕ ਦੇਵ ਜੀ ਰਹਿਮਤ ਕਰਦੇ ਨੇ, ਹੇ ਪਰਮਾਤਮਾ, ਹੇ ਵਾਹਿਗੁਰੂ, ਤੇਰੇ ਨਾਮ ਦੇ ਵਿੱਚ ਹੀ ਨੌ ਨਿਧੀਆਂ ਨੇ, ਤੇ ਤੇਰੇ ਨਾਮ ਦੀ ਕਮਾਈ ਦੇ ਨਾਲ ਹੀ ਸਾਰਾ ਕੁਝ ਹੁੰਦਾ ਹੈ। ਤੇਰਾ ਨਾਮ ਹੈ ਜਿਹੜਾ ਇਹ ਬਣਾਉਣ ਵਾਲਾ ਤੇ ਇਹ ਢਾਉਣ ਵਾਲਾ ਹੈ, ਭਾਵ ਜਿਹੜਾ ਤੇਰਾ ਨਾਮ ਜਪ ਲੈਂਦਾ ਉਹਦਾ ਜੀਵਨ ਬਣ ਜਾਂਦਾ ਹੈ, ਜਿਹੜਾ ਤੇਰਾ ਨਾਮ ਨਹੀਂ ਜਪਦਾ ਉਹਦਾ ਜੀਵਨ ਹੈ ਜਿਹੜਾ ਉਹ ਢਹਿ ਜਾਂਦਾ, ਉਹ ਜੀਵਨ ਜਿਉਣ ਦੇ ਯੋਗ ਹੀ ਨਹੀਂ ਰਹਿੰਦਾ। ਜਤ ਸਤ ਸੰਜਮ ਸੱਚ ਸੁਚੀਤ, ਜਿਨ੍ਹਾਂ ਦੇ ਚਿੱਤ ਦੇ ਵਿੱਚ ਸੱਚੇ ਸਤਿਗੁਰ ਦਾ ਸੱਚਾ ਨਾਮ ਆ ਗਿਆ ਨਾ, ਜਿਨ੍ਹਾਂ ਨੇ ਸੱਚਾ ਨਾਮ ਵਸਾ ਲਿਆ ਹੈ, ਉਹਨਾਂ ਦਾ ਜਤ ਵੀ ਕਾਇਮ ਰਹਿੰਦਾ, ਸਤ ਵੀ ਕਾਇਮ ਰਹਿੰਦਾ, ਤੇ ਉਹ ਸੰਜਮੀ ਵੀ ਰਹਿੰਦੇ ਹਨ। ਨਾਨਕ ਜੋਗੀ ਤ੍ਰਿਭਵਨ ਮੀਤ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਸਾਡਾ ਜੋਗੀ ਤਾਂ ਉਹ ਅਕਾਲ ਪੁਰਖ ਵਾਹਿਗੁਰੂ ਹੈ, ਜੋ ਤਿੰਨਾਂ ਲੋਕਾਂ ਦਾ ਮਾਲਕ ਹੈ। ਪਤਾਲ ਤੇ ਇਹ ਲੋਕ ਜਿੱਥੇ ਆਪਾਂ ਬੈਠੇ ਆ, ਤੇ ਅੱਗੇ ਸਵਰਗ ਲੋਕ, ਇਹ ਤਿੰਨ ਲੋਕ ਨੇ, ਪਤਾਲ ਲੋਕ, ਮਾਤ ਲੋਕ ਤੇ ਸਵਰਗ ਲੋਕ। ਇਹਨਾਂ ਤਿੰਨਾਂ ਲੋਕਾਂ ਦਾ ਮਾਲਕ ਸਾਡਾ ਮਿੱਤਰ ਸੱਚਾ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਹੈ। ਧੰਨ ਗੁਰੂ ਨਾਨਕ ਦੇਵ ਜੀ ਨੇ ਕਿਰਪਾ ਕੀਤੀ ਹੈ ਭਾਈ, ਉਦੋਂ ਉਹਨਾਂ ਨੂੰ ਸਮਝਾਇਆ ਸੀ, ਅੱਜ ਸਾਡੇ ਤੇ ਕਿਰਪਾ ਕਰਕੇ ਸਾਨੂੰ ਸਮਝਾਇਆ ਹੈ। ਅਸੀਂ ਵੀ ਕੇਵਲ ਬਾਹਰੀ ਬਾਣਾ ਨਾ ਜਿਹੜਾ ਇਹਦੇ ਉੱਤੇ ਇਹਦੇ ਨਾਲ ਜ਼ਿਆਦਾ ਨਾ ਜੁੜੀਏ, ਇਹਦੇ ਉੱਤੇ ਜ਼ਿਆਦਾ ਜ਼ੋਰ ਨਾ ਦਈਏ, ਅੰਦਰ ਹੈ ਜਿਹੜਾ ਅੰਦਰ ਦੇ ਨਾਲ ਜੁੜਨਾ ਕਰੀਏ, ਉਸ ਪ੍ਰਭੂ ਪਰਮਾਤਮਾ ਦੇ ਨਾਮ ਜਪੀਏ, ਨਿਤਨੇਮ ਕਰੀਏ, ਵਾਹਿਗੁਰੂ ਦਾ ਨਾਮ ਜਪੀਏ, ਅਭਿਆਸ ਕਰੀਏ, ਸਿਮਰਨ ਕਰੀਏ। ਹੁਣ ਫਿਰ ਬੜੇ ਸੋਹਣੇ ਦਿਨ ਆਉਣ ਵਾਲੇ ਨੇ। ਆ ਪਿੱਛੇ ਜਾਂ ਥੋੜੀ ਠੰਡ ਹੋ ਗਈ ਸੀ, ਉਦੋਂ ਥੋੜੀ ਤਕਲੀਫ ਹੁੰਦੀ ਸੀ, ਬੈਠਣ ਦੇ ਵਿੱਚ ਹੱਥ ਪੈਰ ਠਰ ਜਾਂਦੇ ਸਨ। ਹੁਣ ਅੱਗੇ ਸਮਾਂ ਫਿਰ ਬੜਾ ਯੋਗ ਆ ਜਾਣਾ ਭਜਨ ਬੰਦਗੀ ਦਾ। ਇਹ ਸਾਲ ਦੇ ਵਿੱਚ 2-3 ਵਾਰੀ ਇਸ ਤਰ੍ਹਾਂ ਦੀ ਰੁੱਤ ਬਣ ਜਾਂਦੀ ਏ, ਜਦੋਂ ਨਾ ਮੱਖੀ ਤੇ ਨਾ ਮੱਛਰ, ਨਾ ਜ਼ਿਆਦਾ ਠੰਡ ਤੇ ਨਾ ਜ਼ਿਆਦਾ ਗਰਮੀ, ਬੈਠਣ ਦਾ ਬੜਾ ਆਨੰਦ ਵੱਧ ਜਾਂਦਾ। ਭਾਈ ਇਹ ਸਮਾਂ ਅਸੀਂ ਹੱਥੋਂ ਨਾ ਗਵਾਇਆ ਕਰੀਏ। ਉਹ ਤਾਂ ਸਾਰਾ ਸਾਲ ਹੀ ਭਜਨ ਬੰਦਗੀ ਸਿਮਰਨ ਵਾਲਾ ਹੈ, ਪਰ ਕੁਝ ਸਮੇਂ ਨੇ ਉਹ ਬੜੇ ਯੋਗ ਨੇ, ਉਦੋਂ ਮਨ ਵੀ ਬੜਾ ਟਿਕਦਾ ਹੈ, ਸਰੀਰ ਜਿਹੜਾ ਇਹ ਵੀ ਟਿਕਿਆ